ਜਿਹੜੀਆਂ ਜਥੇਬੰਦੀਆਂ ਉੱਥੇ ਇਨਕਾਰੀ ਸੀ ਤੇ ਇੱਥੇ ਆ ਕੇ ਉਹਨਾਂ ਨੇ ਆਪਣੀ ਇੱਕ ਰਾਜਨੀਤਿਕ ਪਾਰਟੀ ਐਲਾਨ ਦਿੱਤੀ ਆ। ਜੇ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਤਾਂ ਚੜੂਨੀ ਨੇ ਕੀਤੀ ਹੈ। ਪਹਿਲਾਂ ਹੀ ਉਹ ਮਤਲਬ ਪੰਜਾਬ ਮਿਸ਼ਨ ਲੈ ਕੇ ਆ ਗਿਆ। मैं अपने तजर्बे ਦੇ ਵਿੱਚੋਂ ਇਹ ਦੇਖਿਆ ਕਿ ਜਿਹੜੀ ਵੀ ਜਥੇਬੰਦੀ ਨੇ ਇਲੈਕਸ਼ਨਾਂ ਦੇ ਵਿੱਚ ਹਿੱਸਾ ਲਿਆ ਉਹ ਕਮਜ਼ੋਰ ਹੋ ਗਈ ਜਥੇਬੰਦੀ। ਉਹਨਾਂ ਨੇ ਇਹ ਸੋਚਿਆ ਕਿ ਅਸਲ ਦੇ ਵਿੱਚ ਲੋਕ ਪੰਜਾਬ ਦੇ ਲੋਕ ਇੱਕ ਬਦਲ ਚਾਹੁੰਦੇ ਆ। ਬਦਲ ਦੇਣ ਦਾ ਹੁਣ ਮੌਕਾ ਮਤਲਬ ਠੀਕ ਹੈ। ਉਹ ਅਗਲਾ ਹੁਣ ਤਜਰਬਾ ਦੱਸੂਗਾ ਕਿ ਲੋਕ ਉਹਨਾਂ ਦੇ ਨਾਲ ਹੈ ਜਾਂ ਨਹੀਂ ਨਾਲ। ਰਾਜੇਵਾਲ ਸਾਹਿਬ ਨੇ ਕਿਹਾ ਕਿ ਡੱਲੇਵਾਲ ਸਾਹਿਬ RSS ਦੇ ਬੰਦੇ ਔਰ ਡੱਲੇਵਾਲ ਸਾਹਿਬ ਨੇ ਕਿਹਾ ਕਿ ਇਹ ਤਾਂ ਇਹਨਾਂ ਦੇ ਫਾਊਂਡਰ ਮੈਂਬਰ ਆ। ਇਦਾਂ ਦੀਆਂ ਚੀਜ਼ਾਂ ਕਿਵੇਂ ਲੱਗਦੀਆਂ ਤੁਹਾਨੂੰ, ਹੋਣੀਆਂ ਚਾਹੀਦੀਆਂ ਸੀ ਜਾਂ ਨਹੀਂ ਹੋਣੀਆਂ? ਇਹ 5 ਮਹੀਨੇ ਮੇਰੀ ਕੇਂਦਰ ਸਰਕਾਰ ਨਾਲ ਗੱਲ ਚੱਲਦੀ ਰਹੀ ਹੈ। ਉਦੋਂ ਪਹਿਲਾਂ ਕਈ ਜਥੇਬੰਦੀਆਂ ਦੀ ਹੋਰਾਂ ਦੀ ਵੀ ਚੱਲਦੀ ਰਹੀ ਹੈ, ਪਰ ਸਿਰੇ ਨਹੀਂ ਲੱਗੀ। ਸਭ ਉੱਠ ਕੇ ਵਿਕ ਗਿਆ। ਉਹਨਾਂ ਨੇ ਅੰਦਰ ਖਾਤੇ ਚਿੱਠੀਆਂ ਲਿਖਤੀਆਂ। ਪਹਿਲਾਂ ਇਹ ਡੱਲੇਵਾਲ ਜੀ ਨੇ ਕਿਹਾ, ਉਹਨੇ ਕਿਹਾ कि 6-6 करोड़ रुपया लेके आ गए सारियां जथेबंदियां, साडी जथेबंदी तो बिना। देखो किड्डी वड्डी गल है। उस बाद प्रपोक होकर राजेवाल ने उन्होंने कहा कि यार ਤੁਹਾਡੀ ਜਥੇਬੰਦੀ ਦਾ ਕੀ ਸਟੈਂਡ ਹੈ ਕਿ ਮੋਦੀ ਸਾਹਿਬ ਜੇ ਆਉਂਦੇ ਆ ਕੀ ਹੋਣਾ ਚਾਹੀਦਾ? ਜਾਂ ਤਾਂ ਪੰਜਾਬ ਦੀ ਜਿਹੜੀ ਉਹ ਪ੍ਰਾਹੁਣਚਾਰੀ ਆ ਜੀ ਆਇਆਂ ਨੂੰ ਕਹਿਣਾ ਹੋਊਗਾ ਜਾਂ ਫਿਰ ਕਿਸੇ ਹੋਰ ਤਰੀਕੇ ਨਾਲ ਸਵਾਗਤ ਕਰਨਗੇ? ਨਾ ਅਸੀਂ ਵਿਰੋਧ ਕਰਾਂਗੇ, ਨਾ ਅਸੀਂ ਜੀ ਆਇਆਂ ਕਰਾਂਗੇ। ਅਸੀਂ ਦੇਖਾਂਗੇ ਕਿ ਮੋਦੀ ਕੀ ਕਰਦਾ। ਜਿਵੇਂ ਕਹਿੰਦੇ ਹੁੰਦੇ ਆ ਤੇਲ ਦੇਖ ਤੇਲ ਦੀ ਧਾਰ ਦੇਖ, ਠੀਕ ਹੈ। ਅਸੀਂ ਉਸ ਗੱਲ ਤੇ ਖੜੇ ਹਾਂ, ਦੇਖਦੇ ਹਾਂ ਕੀ ਐਲਾਨ ਕਰਦਾ ਨਹੀਂ ਕਰਦਾ। ਸੰਘਰਸ਼ਾਂ ਦੇ ਪੇੜ 'ਚ ਤਾਂ 24 ਘੰਟੇ ਰਹਿਣਾ ਹੀ ਹੈ। ਜੇ ਉਹਨਾਂ ਨੇ ਹੁਣ ਉਤਰੇ ਚੋਣ ਮੈਦਾਨ ਦੇ ਵਿੱਚ ਤਾਂ ਡਟ ਕੇ ਉਤਰਨਾ ਚਾਹੀਦਾ, ਬੇਝਿਜਕ ਹੋ ਕੇ। ਕੋਈ ਗੱਲ ਨਹੀਂ, ਜੇ ਹਾਰ ਜਾਣਗੇ ਲੋਕਾਂ ਨੂੰ ਕਹਿ ਦੇਣ ਵੀ ਅਸੀਂ ਤਾਂ ਤੁਹਾਡੇ ਇੱਛਾਵਾਂ ਤੇ ਪੂਰੇ ਉਤਰੇ ਸੀ, ਤੁਸੀਂ ਸਾਨੂੰ ਨਹੀਂ ਵੋਟਾਂ ਪਾਈਆਂ, ਅਸੀਂ ਫੇਰ ਮੋਰਚਿਆਂ ਦੇ ਵਿੱਚ। ਤੁਸੀਂ ਉਹਨਾਂ ਨੂੰ ਇੱਕ ਡਾਇਲੌਗਸ ਦੇ ਰਹੇ ਹੋ ਕਿ ਜੇ ਤੁਸੀਂ ਹਾਰ ਗਏ ਤਾਂ ਵੀ ਲੋਕਾਂ ਸਿਰ ਸਿੱਟ ਦਿਓ, ਜੇ ਜਿੱਤ ਗਏ ਤਾਂ ਲੋਕਾਂ ਦੇ ਸਿਰ ਤੇ ਹੀ ਜਿੱਤ। ਲੀਡਰ ਤਾਂ ਉਹਨਾਂ ਨੂੰ ਵੱਧ ਤੋਂ ਵੱਧ ਕੀ ਕਹਿ ਸਕਦੇ ਆ, ਅਸੀਂ ਕਿਸਾਨਾਂ ਤੇ ਲਾਠੀ ਚਾਰਜ ਨਹੀਂ ਕਰਾਂਗੇ, ਠੀਕ ਹੈ। ਕਿਸਾਨਾਂ ਦਾ ਕਰਜ਼ਾ ਮਾਫ ਕਰ ਦਿਆਂਗੇ। ਜਿਹੜੀਆਂ ਵੱਡੀਆਂ ਗੱਲਾਂ MSP ਬਣਾਉਣੀ ਹੈ, ਫਸਲਾਂ ਖਰੀਦਣੀਆਂ, ਹੋਰ ਸਭ ਕੁਝ ਕਰਨਾ, ਉਹ ਤਾਂ ਸਾਰਾ ਕੇਂਦਰ ਸਰਕਾਰ ਆਪਦੇ ਹੱਥ 'ਚ ਲਈ ਬੈਠੀ ਹੈ। ਸਾਡਾ ਤਾਂ ਇਹ ਕਿ ਜਿਹਨੂੰ ਇਨਕਲਾਬ ਕਹਿੰਦੇ ਆ ਨਾ, ਜਿਹੜਾ ਭਗਤ ਸਿੰਘ ਰਾਜਗੁਰੂ ਸੁਖਦੇਵ ਦਾ ਰਾਹ ਸੀ, ਉਹਦੇ ਤੇ ਖੜ ਕੇ ਜਿਵੇਂ ਉਹਨਾਂ ਨੇ ਅੰਗਰੇਜ਼ਾਂ ਨੂੰ ਦਵਲਿਆ, ਇਹ ਕਾਲੇ ਅੰਗਰੇਜ਼ਾਂ ਨੂੰ ਦਵਲਣ ਵਾਲਾ ਹੈ। ਜਿਵੇਂ ਹੁਣ ਚੰਨੀ ਐਲਾਨ ਹੀ ਕਰੀ ਜਾਂਦਾ, ਸਭ ਕੁਝ ਮੰਨੀ ਜਾਂਦਾ, ਰਹਿ ਗਏ ਉਹ ਇਕੱਲੇ ਐਲਾਨ। 20 ਦਿਨ ਤਾਂ ਲੱਗਿਆ ਵੀ ਚੰਨੀ ਬਹੁਤ ਚੰਗਾ, ਬਾਅਦ ਦੇ ਵਿੱਚ ਕੁਛ ਵੀ ਨਹੀਂ ਨਿਕਲਿਆ ਉਹਦੇ ਵਿੱਚ। ਸ਼੍ਰੋਮਣੀ ਅਕਾਲੀ ਦਲ ਨੇ ਦੇਖੋ ਹਾਥੀ ਦੀ ਪੂਛ ਫੜ ਲਈ ਕਿ ਦਲਿਤਾਂ ਦੀ ਵੋਟ ਹੈ ਜਿਹੜੀ ਲਈ ਜਾ ਸਕਦੀ ਹੈ, ਠੀਕ ਹੈ। ਕਿਸਾਨਾਂ ਨੇ ਤਾਂ ਪਾਉਣੀ ਨਹੀਂ। ਤੇ ਕਾਂਗਰਸ ਨੇ ਕੀ ਸੋਚਿਆ ਕਿ ਕਿਸਾਨਾਂ ਨੇ ਤਾਂ ਵੋਟ ਪਾਉਣੀ ਨਹੀਂ ਤੇ ਮਜ਼ਦੂਰਾਂ ਵਾਲਾ ਪੱਤਾ ਵਰਤੋ। ਉਹਨਾਂ ਨੇ ਚੰਨੀ ਨੂੰ ਮੁੱਖ ਮੰਤਰੀ ਬਣਾਤਾ। ਉਹਨਾਂ ਨੂੰ ਇੱਕ ਵਾਰ ਲੱਗਦਾ ਵੀ ਹੁਣ ਮਜ਼ਦੂਰ ਜਮਾਤ ਨੂੰ, ਸਾਰੇ ਵਰਗਾਂ ਨੂੰ, ਕਿ ਸਾਡੀ ਹੋਈ ਹੈ ਸਰਕਾਰ ਜਦੋਂ ਮੁੱਖ ਮੰਤਰੀ ਸਾਡਾ। ਉੱਥੇ ਨਾਅਰੇ ਵੀ ਲੱਗਦੇ ਰਹੇ ਆ, ਗੀਤ ਵੀ ਗਾਉਂਦੇ ਰਹੇ ਆ ਕਿ ਜਿਹੜੀ ਜ਼ਮੀਰ ਹੈ ਉਹਨੂੰ ਜਾਗਦੀ ਰੱਖੇ, ਜ਼ਮੀਰ ਨਾ ਮਾਰੇ। ਸਤਿ ਸ਼੍ਰੀ ਅਕਾਲ, ਔਨ ਏਅਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰਮਨ ਤੂਰ। ਚੋਣਾਂ ਦਾ ਬਿਗਲ ਪੰਜਾਬ ਦੇ ਵਿੱਚ ਵੱਜ ਚੁੱਕਿਆ ਹੋਇਆ ਔਰ ਜਿੰਨੀਆਂ ਕੁ ਪਾਰਟੀਆਂ ਉਹਦੇ ਤੋਂ ਕੁਝ ਜ਼ਿਆਦਾ ਪਾਰਟੀਆਂ ਇਸ ਵਾਰ ਪੰਜਾਬੀਆਂ ਨੂੰ ਦੇਖਣ ਨੂੰ ਮਿਲ ਰਹੀਆਂ ਨੇ। ਉਹਦੇ ਵਿੱਚ ਖਾਸ ਤੌਰ ਤੇ ਜਿਹੜੀ ਕਿਸਾਨਾਂ ਆਗੂਆਂ ਨੇ ਆ ਕੇ ਜਿਹੜੀ ਦਿੱਲੀ ਮੋਰਚਾ ਫਤਿਹ ਕਰਨ ਤੋਂ ਬਾਅਦ ਆ ਕੇ ਬਣਾਈ ਔਰ ਉਸ ਤੋਂ ਪਹਿਲਾਂ ਚੜੂਨੀ ਸਾਹਿਬ ਪੰਜਾਬ ਦੇ ਵਿੱਚ ਇਲੈਕਸ਼ਨ ਲੜਨ ਦਾ ਜਿਹੜਾ ਐਲਾਨ ਕਰ ਚੁੱਕੇ ਆ। ਉਹਨਾਂ ਦਾ ਕਹਿਣਾ ਸੀ ਕਿ ਸਾਡੇ ਨਾਲ ਆਓ, ਤੇ ਬਾਕੀ ਜਿਹੜੇ ਹੋਰ ਵੱਡੇ ਚਿਹਰੇ ਕਹਿ ਸਕਦੇ ਆ ਕਿ ਕਿਸਾਨ ਮੋਰਚੇ ਦੇ ਵਿੱਚ ਰਹੇ ਆ, ਚਾਹੇ ਉਹ ਡਾਕਟਰ ਸਵਾਈਮਾਨ ਹੋਣ, ਚਾਹੇ ਡਿਬਡਬਾ ਸਾਹਿਬ ਹੋਣ, ਸਾਰੇ ਆਪਣੇ ਆਪਣੇ ਤਰੀਕੇ ਨਾਲ ਲੋਕਾਂ ਨੂੰ ਕਨਵਿੰਸ ਕਰਨ ਦੇ ਲਈ ਆਪਣੀ ਜਿਹੜੀ ਭੂਮਿਕਾ ਅਦਾ ਕਰ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦਾ ਭਲਾ ਹੋ ਸਕਦਾ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਕਿਸਾਨ ਆਗੂਆਂ ਨੇ ਆਪਣੀ ਇੱਕ ਜਿਹੜੀ ਆ ਪਾਰਟੀ ਬਣਾ ਲਈ ਹੋਈ ਆ ਔਰ ਚੋਣਾਂ ਦੇ ਵਿੱਚ ਖੜਨ ਦਾ ਐਲਾਨ ਕਰ ਦਿੱਤਾ। ਹਾਲਾਂਕਿ ਤੁਹਾਨੂੰ ਪਤਾ ਹੈ ਕਿ ਜਦੋਂ ਵੀ ਚਾਹੇ ਉਹ ਰਾਜੇਵਾਲ ਸਾਹਿਬ ਹੋਣ, ਚਾਹੇ ਕੋਈ ਹੋਰ ਵੱਡਾ ਚਿਹਰਾ ਕਿਸਾਨ ਆਗੂਆਂ ਦੇ ਵਿੱਚ, ਜਦੋਂ ਵੀ ਉਹਨਾਂ ਨਾਲ ਗੱਲ ਹੁੰਦੀ ਸੀ ਤੇ ਉਹ ਹਮੇਸ਼ਾ ਇਨਕਾਰ ਕਰ ਦਿੰਦੇ ਹੁੰਦੇ ਸੀ। ਔਰ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਨੂੰ ਲੈ ਕੇ ਆਲੋਚਨਾ ਵੀ ਹੋ ਰਹੀ ਆ ਕਿਸਾਨ ਜਥੇਬੰਦੀਆਂ ਦੀ ਕਿ ਜੇ ਉਹਨਾਂ ਨੇ ਰਾਜਨੀਤੀ ਦੇ ਵਿੱਚ ਆਉਣਾ ਹੀ ਸੀ ਤਾਂ ਫਿਰ ਪਹਿਲਾਂ ਰਾਜਨੀਤਿਕ ਲੋਕਾਂ ਦਾ ਕਿਸਾਨੀ ਅੰਦੋਲਨ ਦੇ ਵਿੱਚ ਵੜਨਾ ਕਿਉਂ ਉਹਨਾਂ ਦਾ ਇਨਕਾਰੀ ਕੀਤਾ, ਕਿਉਂ ਉਹਨਾਂ ਨੇ ਮਨਾ ਕੀਤਾ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਕੁਝ ਇੱਕ ਜਥੇਬੰਦੀਆਂ ਜਿਹੜੀਆਂ ਪ੍ਰੋਪਰ ਤੌਰ ਤੇ ਸਾਹਮਣੇ ਆ ਗਈਆਂ ਕਿ ਅਸੀਂ ਰਾਜਨੀਤੀ ਦੇ ਵਿੱਚ ਪ੍ਰਵੇਸ਼ ਕਰਾਂਗੇ ਔਰ ਚੋਣਾਂ ਲੜਾਂਗੇ।
ਕੁਝ ਜਥੇਬੰਦੀਆਂ ਹੈਗੀਆਂ, ਤਕਰੀਬਨ 11 ਕੁ ਜਥੇਬੰਦੀਆਂ ਦੀ ਕੁਝ ਦਿਨ ਪਹਿਲਾਂ ਲਿਸਟ ਜਿਹੜੀ ਆਈ ਸੀ, ਜਿਹੜੀਆਂ ਬਿਲਕੁਲ ਤਿਆਰ ਨਹੀਂ ਆ ਰਾਜਨੀਤੀ ਦੇ ਵਿੱਚ ਆਉਣ ਦੇ ਲਈ, ਔਰ ਉਹਨਾਂ ਦਾ ਆਪਣਾ ਇੱਕ ਤਰਕ ਹੈ ਕਿ ਅਸੀਂ ਪ੍ਰੈਸ਼ਰ ਗਰੁੱਪਸ ਦੇ ਰੂਪ ਦੇ ਵਿੱਚ ਹੀ ਕੰਮ ਕਰਾਂਗੇ। ਤੇ ਉਹਨਾਂ ਦਾ ਇਹ ਵੀ ਤਰਕ ਸੀ ਕਿ ਇਦਾਂ ਕਰਨ ਦੇ ਨਾਲ SKM ਦੀ ਸਥਿਤੀ ਜਿਹੜੀ ਆ ਉਹ ਕਮਜ਼ੋਰ ਹੋ ਜਾਊਗੀ, ਖਾਸ ਤੌਰ ਤੇ ਉਸ SKM ਦੀ ਜਿਹਦੀ ਤਾਕਤ ਦੇ ਨਾਲ ਕੇਂਦਰ ਸਰਕਾਰ ਨੂੰ ਝੁਕਾ ਕੇ ਜਿਹੜਾ ਮੋਰਚਾ ਫਤਿਹ ਕਰਕੇ ਲੋਕ ਵਾਪਸ ਆਏ। 2 ਕੁ ਜਥੇਬੰਦੀਆਂ ਹੈਗੀਆਂ ਜਿਨ੍ਹਾਂ ਦਾ ਅਜੇ ਸਟੈਂਡ ਕੁਝ ਕਲੀਅਰ ਨਹੀਂ ਹੈ। ਸੋ ਜਿਹੜੀਆਂ ਸਾਫ਼ ਤੌਰ ਤੇ ਇਨਕਾਰੀ ਹੋਈਆਂ ਚੋਣਾਂ ਦੇ ਵਿੱਚ ਖੜਨ ਤੋਂ, ਔਰ ਜਿਨ੍ਹਾਂ ਨੇ ਪ੍ਰੈਸ਼ਰ ਗਰੁੱਪ ਦੇ ਰੂਪ ਵਿੱਚ ਹੀ ਖੜੇ ਹੋਣਾ ਮਨਜ਼ੂਰ ਕੀਤਾ, ਉਹਨਾਂ ਦੇ ਵਿੱਚ ਇੱਕ ਵੱਡੀ ਜਿਹੜੀ ਜਥੇਬੰਦੀ ਹੈਗੀ ਆ BKU ਏਕਤਾ ਡਕੌਂਦਾ, ਉਹਦੇ ਪ੍ਰੈਜ਼ੀਡੈਂਟ ਬੂਟਾ ਸਿੰਘ ਬੁਰਜਗਿੱਲ ਮੇਰੇ ਨਾਲ ਮੌਜੂਦ ਨੇ। ਉਹਨਾਂ ਦੇ ਨਾਲ ਪੰਜਾਬ ਦੇ ਵਿੱਚ ਜਿਹੜੇ ਸਿਆਸਤ ਦੇ ਬਦਲਦੇ ਸਮੀਕਰਨ ਉਹਨਾਂ ਦੇ ਉੱਤੇ ਗੱਲਬਾਤ ਕਰਦੇ ਹਾਂ। ਪਹਿਲਾਂ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਪੰਜਾਬ ਦੀ ਸਿਆਸਤ ਦੇ ਵਿੱਚ ਆਮ ਤੌਰ ਤੇ ਜਿੰਨੀਆਂ ਕੁ ਅਸੀਂ ਚੀਜ਼ਾਂ ਦੇਖਦੇ ਹਾਂ ਕਿ 3-4 ਪਾਰਟੀਆਂ ਹੁੰਦੀਆਂ, ਟਰਨ ਬਾਈ ਟਰਨ, ਤੇ ਅਸੀਂ ਕਹਿੰਦੇ ਹੁੰਦੇ ਸੀਗੇ ਕਿ ਫਿਕਸ ਮੈਚ ਜਿਹੜਾ ਇੱਕ ਚੱਲਦਾ ਹੈਗਾ। ਪਰ ਹੁਣ ਕਿਸਾਨ ਜਥੇਬੰਦੀਆਂ ਨੇ ਆ ਕੇ ਆਪਣੀ ਇੱਕ ਪਾਰਟੀ ਬਣਾ ਲਈ ਆ। ਉਹਨਾਂ ਜਥੇਬੰਦੀਆਂ ਨੇ ਜਿਹੜੀਆਂ ਸ਼ੁਰੂ ਤੋਂ ਇਨਕਾਰੀ ਰਹੀਆਂ ਕਿ ਨਾ ਅਸੀਂ ਕਿਸੇ ਰਾਜਨੀਤਿਕ ਪਾਰਟੀ ਨੂੰ ਮੋਰਚੇ ਦੇ ਵਿੱਚ ਵੜਨ ਦੇਣਾ ਤੇ ਨਾ ਅਸੀਂ ਕਦੇ ਰਾਜਨੀਤੀ ਦੇ ਵਿੱਚ ਜਾਵਾਂਗੇ। ਪਹਿਲਾਂ ਤਾਂ ਇਹਦੇ ਉੱਤੇ ਤੁਹਾਡਾ ਰਿਐਕਸ਼ਨ ਚਾਹੁੰਦੀ, ਉਸ ਤੋਂ ਬਾਅਦ ਅਸੀਂ ਅਗਲੀ ਗੱਲਬਾਤ ਕਰਦੇ। ਦੇਖੋ, ਬਹੁਤ ਸਾਰੀਆਂ ਜਥੇਬੰਦੀਆਂ ਪਹਿਲਾਂ ਹੀ ਇਲੈਕਸ਼ਨਾਂ ਲੜਦੀਆਂ ਜੀ, ਬਹੁਤ ਸਾਰੀਆਂ ਬਾਈਕਾਟ ਵੀ ਕਰਦੀਆਂ ਜੀ। ਸਾਡੇ ਵਰਗੀਆਂ ਜਥੇਬੰਦੀਆਂ ਜਿਹੜੀਆਂ ਅਸੀਂ ਮਤਲਬ ਜਿਹੜੀਆਂ ਰਾਜਨੀਤਿਕ ਪਾਰਟੀਆਂ ਜੀ, ਉਹਨਾਂ ਨੂੰ ਐਕਸਪੋਜ਼ਰ ਕਰਦੇ ਹਾਂ ਇਲੈਕਸ਼ਨਾਂ ਦੇ ਵਿੱਚ ਆ ਕੇ। ਤਾਂ ਜਿਹੜਾ ਸੰਯੁਕਤ ਮੋਰਚਾ ਬਣਿਆ ਸੀ, ਇਹ ਬਣਿਆ ਸੀ ਘੱਟੋ ਘੱਟ ਪ੍ਰੋਗਰਾਮ 3 ਕਾਨੂੰਨ ਰੱਦ ਕਰਾਉਣੇ, MSP ਵਾਲਾ ਕਾਨੂੰਨ ਦੀ ਗਰੰਟੀ ਵਾਲਾ ਕਾਨੂੰਨ ਬਣਾਉਣਾ, ਬਿਜਲੀ ਬਿੱਲ ਤੇ ਮਤਲਬ ਪਰਾਲੀ ਵਾਲਾ ਜਿਹੜਾ ਐਕਟ ਹੈ ਉਹ ਰੱਦ ਕਰਵਾਉਣਾ। ਘੱਟੋ ਘੱਟ ਸਹਿਮਤੀ ਨੂੰ ਲੈ ਕੋਈ, ਇਸ ਕਰਕੇ ਕਿ ਸਾਰੀ ਤਾਕਤ ਨੂੰ ਇਕੱਠਾ ਕਰ ਲਿਆ ਜਾਵੇ, ਕਿਉਂਕਿ ਵੱਡੀ ਟੱਕਰ ਹੈ, ਛੋਟੀ ਟੱਕਰ ਨਹੀਂ। ਕੋਈ 2-4 ਜਥੇਬੰਦੀਆਂ ਦਾ ਕੰਮ ਨਹੀਂ। ਦੇਸ਼ ਦੀਆਂ ਸਾਰੀਆਂ ਜਥੇਬੰਦੀਆਂ ਇਕਜੁੱਟ ਹੋਣ ਤਾਂ ਇਹਨਾਂ ਨੂੰ ਮਤਲਬ ਵਾਪਸ ਮੋੜਿਆ ਜਾ ਸਕਦਾ। ਉਹਦੇ ਵਿੱਚ ਅਸੀਂ ਸਫਲ ਹੋਏ ਹਾਂ। ਜਿੱਡਾ ਵੱਡਾ ਮਤਲਬ ਹੱਲਾ ਸੀ, ਇਹ ਹੱਲੇ ਨੂੰ ਪਛਾੜਨ ਖਾਤਰ ਸਾਡੀਆਂ ਨਸਲਾਂ ਦਾ ਸਵਾਲ ਸੀ, ਸਾਡੀਆਂ ਫਸਲਾਂ ਦਾ ਸਵਾਲ ਸੀ, ਸਾਡੀ ਰੋਜੀ ਰੋਟੀ ਦਾ ਸਵਾਲ ਸੀ। ਵੱਡੀ ਇੱਕ ਇਤਿਹਾਸਕ ਜਿੱਤ ਅਸੀਂ ਜਿੱਤੀ ਹੈ ਇਹ, ਅਤੇ ਇੱਕ ਨਵਾਂ ਇਤਿਹਾਸ ਸਿਰਜਿਆ ਪਿਛਲੇ 100 ਸਾਲਾਂ ਦੇ ਵਿੱਚ। ਐਡਾ ਵੱਡਾ ਅੰਦੋਲਨ, ਐਡੀ ਵੱਡੀ ਗੈਦਰਿੰਗ ਵਾਲਾ, ਐਡਾ ਵੱਡਾ ਉਹ ਪੀਸਫੁਲ ਰਿਹਾ ਹੋਵੇ ਅਤੇ ਮੁਕੰਮਲ ਰੂਪ 'ਚ ਉਹਨੇ ਜਿੱਤ ਪ੍ਰਾਪਤ ਕੀਤੀ ਹੋਵੇ, ਇਹ ਇਤਿਹਾਸ ਦੇ ਵਿੱਚ ਵਰਲਡ ਦੇ ਵਿੱਚ ਵੀ ਨਹੀਂ ਤੁਹਾਨੂੰ ਮਿਲੂਗਾ। 12.5 ਮਹੀਨੇ ਦਿੱਲੀ ਦੇ ਬਾਰਡਰਾਂ ਨੂੰ ਕਵਰ ਕਰਕੇ ਬੈਠ ਜਾਣਾ, ਰੋਕ ਕੇ ਬੈਠ ਜਾਣਾ, ਛੋਟੀ ਗੱਲ ਨਹੀਂ। ਇੱਕ ਮਹਾਨ ਪ੍ਰਾਪਤੀ ਕੀਤੀ ਆ। ਮੇਰਾ ਸਵਾਲ ਫਿਰ ਉਹੀ ਹੈ ਕਿ ਜਿਹੜੀਆਂ ਜਥੇਬੰਦੀਆਂ ਉੱਥੇ ਇਨਕਾਰੀ ਸੀ ਤੇ ਇੱਥੇ ਆ ਕੇ ਉਹਨਾਂ ਨੇ ਆਪਣੀ ਇੱਕ ਰਾਜਨੀਤਿਕ ਪਾਰਟੀ ਐਲਾਨ ਦਿੱਤੀ ਆ, ਉਹਨਾਂ ਦੇ ਬਾਰੇ 'ਚ ਤੁਹਾਡਾ ਕੀ ਕਹਿਣਾ ਹੈ? ਨਹੀਂ, ਦੇਖੋ, ਇੱਕ ਮੋਰਚੇ ਦਾ ਪ੍ਰੋਟੋਕੋਲ ਬਣਾਇਆ ਸੀ ਕਿ ਜਦ ਤੱਕ ਅੰਦੋਲਨ ਜਿੱਤਿਆ ਨਹੀਂ ਜਾਂਦਾ, ਰਾਜਨੀਤਿਕ ਪਾਰਟੀਆਂ ਨੂੰ ਨੇੜੇ ਨਹੀਂ ਲੱਗਣ ਦਿੱਤਾ ਜਾਊਗਾ। ਅਗਰ ਰਾਜਨੀਤਿਕ ਪਾਰਟੀਆਂ ਵਿੱਚ ਵੜਦੀਆਂ ਤਾਂ ਮਤਲਬ ਲਾਜ਼ਮੀ ਹੈ ਕਿ ਇਹਦੇ 'ਚ ਖਲਬਲੀ ਮੱਚ ਸਕਦੀ ਹੈ। ਜਾਣੀ ਸਿਰਫ ਤੇ ਸਿਰਫ ਇਹਨੂੰ ਮਤਲਬ ਜਥੇਬੰਦੀਆਂ ਦਾ ਮੋਰਚਾ ਰਹਿਣ ਦਿੱਤਾ ਜਾਵੇ। ਇਹ ਪ੍ਰੋਟੋਕੋਲ ਬਣਾਇਆ ਸੀ, ਉਹ ਕੁਛ ਹੱਦ ਤੱਕ ਕਾਇਮ ਰਿਹਾ ਹੈ। ਜੇ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਤਾਂ ਚੜੂਨੀ ਨੇ ਕੀਤੀ ਹੈ। ਪਹਿਲਾਂ ਹੀ ਉਹ ਮਤਲਬ ਪੰਜਾਬ ਮਿਸ਼ਨ ਲੈ ਕੇ ਆ ਗਿਆ। ਚਲੋ ਛੇਤੀ ਮੋਰਚਾ ਜਿੱਤਿਆ ਗਿਆ, ਨਹੀਂ ਉਹਦੇ 'ਤੇ ਕਾਰਵਾਈ ਵੀ ਹੋਣੀ ਸੀ ਇਸ ਮਸਲੇ ਨੂੰ ਲੈ ਕੇ। ਹੁਣ ਜਿਹੜੀਆਂ ਜਥੇਬੰਦੀਆਂ ਨੇ ਆ ਕੇ ਇੱਥੇ ਐਲਾਨ ਕੀਤਾ ਹੈ ਔਰ ਉਹਨਾਂ ਨੇ ਕਿਹਾ ਕਿ ਅਸੀਂ ਚੋਣਾਂ ਦੇ ਵਿੱਚ ਲੜਾਂਗੇ ਔਰ ਪੰਜਾਬ ਦੇ ਲੋਕਾਂ ਦਾ ਇਸ ਤਰੀਕੇ ਨਾਲ ਹੀ ਭਲਾ ਹੋ ਸਕਦਾ ਹੈ ਕਿ ਜਥੇਬੰਦੀਆਂ ਖੁਦ ਸਰਕਾਰ ਦੇ ਵਿੱਚ ਆਉਣ ਜਾਂ ਕਿਸਾਨ ਆਗੂ ਸਰਕਾਰ ਦੇ ਵਿੱਚ ਆਉਣ, ਤੁਸੀਂ ਉਸ ਚੀਜ਼ ਤੋਂ ਇਨਕਾਰੀ ਹੋ ਗਏ। ਤੁਸੀਂ ਕਿਹਾ ਕਿ ਨਾ ਅਸੀਂ ਕੋਈ ਸਮਰਥਨ ਦਈਏ ਤੇ ਨਾ ਅਸੀਂ ਇਲੈਕਸ਼ਨ ਲੜੀਏ। ਦੇਖੋ, ਮੈਨੂੰ 36 ਕੁ ਸਾਲ ਹੋ ਗਏ ਜਥੇਬੰਦੀਆਂ 'ਚ ਕੰਮ ਕਰਦੇ ਨੂੰ। ਮੈਂ ਆਪਣੇ ਤਜਰਬੇ ਦੇ ਵਿੱਚੋਂ ਇਹ ਦੇਖਿਆ ਕਿ ਜਿਹੜੀ ਵੀ ਜਥੇਬੰਦੀ ਨੇ ਇਲੈਕਸ਼ਨਾਂ ਦੇ ਵਿੱਚ ਹਿੱਸਾ ਲਿਆ ਉਹ ਕਮਜ਼ੋਰ ਹੋਈ ਹੈ ਜਥੇਬੰਦੀ। ਤਾਂ ਜਦੋਂ ਅਸੀਂ ਪਸੌਰਾ ਸਿੰਘ ਸਿੱਧੂਪੁਰ 'ਚੋਂ 2007 ਦੇ ਵਿੱਚ ਅਸੀਂ ਹੋਂਦ 'ਚ ਆਈ ਹੈ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਸਭ ਤੋਂ ਛੋਟੀ ਉਮਰ ਦੀ ਜਥੇਬੰਦੀ ਹੈ। ਅੱਜ ਸਭ ਨੂੰ ਪਾਰ ਕਰਨ ਵਾਲੀ ਜਥੇਬੰਦੀ ਹੈ, ਮਤਲਬ ਤਾਕਤ ਦੇ ਤੌਰ 'ਤੇ। ਮੈਂ ਕਹਿ ਸਕਦਾ ਮਾਣ ਨਾਲ ਕਿ ਜੇ ਪੰਜਾਬ ਦੇ ਵਿੱਚ ਵੱਧ ਜ਼ਿਲ੍ਹਿਆਂ 'ਚ ਕੰਮ ਹੈ ਤਾਂ ਸਾਡੀ ਜਥੇਬੰਦੀ ਦਾ ਕੰਮ ਹੈ। ਸਾਡੀ ਸਮਝ ਇਹ ਹੈ ਕਿ ਜਿਹੜੀਆਂ ਇਲੈਕਸ਼ਨਾਂ ਲੜਦੀ ਹੈ, ਇਲੈਕਸ਼ਨਾਂ ਪਾਰਟੀ ਲੜਦੀ ਹੈ। ਇਹ ਇੱਕ ਵਰਗ ਦੀ ਜਥੇਬੰਦੀ ਆ, ਇਕੱਲੇ ਕਿਸਾਨਾਂ ਦੀ ਜਥੇਬੰਦੀ। ਇਲੈਕਸ਼ਨਾਂ ਲੜਦੀ ਹੁੰਦੀ ਆ ਪਾਰਟੀ ਫਿਰ ਸਾਰੇ ਵਰਗਾਂ ਨੂੰ ਸਮਾਉਂਦੀ ਹੈ। ਉਹਦੇ ਵਿੱਚ ਮਜ਼ਦੂਰ ਆਉਂਦੇ ਆ, ਵਪਾਰੀ ਆਉਂਦੇ ਆ, ਵਿਦਿਆਰਥੀ ਆਉਂਦੇ ਆ, ਮੁਲਾਜ਼ਮ ਆਉਂਦੇ ਆ। ਟੋਟਲ ਵਰਗ ਨੂੰ ਸਮੋ ਕੇ ਪਾਰਟੀ ਫਿਰ ਇਲੈਕਸ਼ਨਾਂ ਲੜ ਸਕਦੀ ਹੈ। ਇੱਕ ਵਰਗ ਦੀ ਜਥੇਬੰਦੀ ਜੇ ਇਲੈਕਸ਼ਨਾਂ ਲੜਨ ਦਾ ਐਲਾਨ ਵੀ ਕਰ ਦੇਣਾ, ਉਹ ਮਤਲਬ ਸਫਲ ਨਹੀਂ ਹੋਊਗੀ ਇਹਦੇ ਵਿੱਚ। ਇਸ ਕਰਕੇ ਉਹਦੀ ਇਕਜੁੱਟਤਾ ਨੂੰ ਵੀ ਮਤਲਬ ਢਾਹ ਲੱਗੂਗੀ। ਅਤੇ ਇਸ ਕਰਕੇ ਇਸ ਸਮਝ ਦੇ ਤਹਿਤ ਅਸੀਂ ਜਦੋਂ ਵੱਖਰਾ ਵਿਧਾਨ ਬਣਾਇਆ ਤਾਂ ਬਕਾਇਦਾ ਅਸੀਂ ਵਿਧਾਨ ਦੇ ਵਿੱਚ ਦਰਜ ਕੀਤਾ ਕਿ ਇਹ ਜਥੇਬੰਦੀ ਗੈਰ ਪਾਰਟੀ ਹੈ,
ਗੈਰ ਰਾਜਨੀਤਿਕ ਹੈ, ਠੀਕ ਹੈ। ਇਹ ਕਦੇ ਵੀ ਇਲੈਕਸ਼ਨਾਂ ਦੇ ਵਿੱਚ ਹਿੱਸਾ ਨਹੀਂ ਲਊਗੀ ਅਗਰ ਨਾ ਕਿਸੇ ਦੀ ਸਪੋਰਟ ਕਰੂਗੀ। ਸਿਰਫ ਤੇ ਸਿਰਫ ਵੋਟਰਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੋਊਗਾ ਕਿਸਾਨਾਂ ਨੂੰ, ਉਹ ਆਪਣੀ ਮਰਜ਼ੀ ਦੀ ਚੋਣ ਕਰ ਸਕਦੇ ਆ ਉਹਨਾਂ ਨੇ ਵੋਟ ਕਿਹਨੂੰ ਪਾਉਣੀ ਆ। ਤੁਹਾਡੀ ਨਜ਼ਰ 'ਚ ਇਹ ਫੈਸਲਾ ਗਲਤ ਲੱਗਦਾ ਜਾਂ ਸਹੀ ਲੱਗਦਾ? ਕਿਉਂਕਿ ਆਲੋਚਨਾ ਵੀ ਹੋ ਰਹੀ ਹੈ ਕਿਸਾਨ ਜਥੇਬੰਦੀਆਂ ਦੀ ਕਿ ਇਹਨਾਂ ਨੇ ਰਾਜਨੀਤੀ ਦੇ ਵਿੱਚ ਆਉਣ ਨੂੰ ਪਹਿਲ ਕਿਉਂ ਦਿੱਤੀ, ਔਰ ਜਿਸ ਤਰੀਕੇ ਨਾਲ ਹੋਰ ਬਹੁਤ ਸਾਰੇ ਕਿਸਾਨ ਆਗੂਆਂ ਜਿਹੜੀਆਂ ਜਥੇਬੰਦੀਆਂ ਇਨਕਾਰੀ ਹੋਈਆਂ ਉਹਨਾਂ ਨੇ ਕਿਹਾ ਕਿ ਐਸਕੇਐਮ ਦੇ ਵਿੱਚ ਹੁਣ ਉਹ ਵੈਲਿਊ ਨਹੀਂ ਰਹੀ। ਕੀ ਇਹਨਾਂ ਲੋਕਾਂ ਨੂੰ ਐਸਕੇਐਮ ਦੇ ਵਿੱਚ ਵਾਪਸ ਕਬੂਲਿਆ ਜਾਊਗਾ? ਦੇਖੋ, ਪਹਿਲੀ ਗੱਲ ਤਾਂ ਮੈਂ ਇਹ ਕਹੂੰਗਾ ਕਿ ਅਸੀਂ ਸਟੇਟ ਬੋਰਡ ਦੀ ਮੀਟਿੰਗ ਕਰ ਚੁੱਕੇ ਹਾਂ। ਮੀਟਿੰਗ ਦੇ ਵਿੱਚ ਅਸੀਂ ਫੈਸਲਾ ਲਿਆ ਕਿ ਜੇ ਐਸਐਸਐਮ ਇਲੈਕਸ਼ਨਾਂ ਲੜਦਾ ਤਾਂ ਅਸੀਂ ਸਪੋਰਟ ਨਹੀਂ ਕਰਾਂਗੇ ਤੇ ਉਹਦਾ ਵਿਰੋਧ ਵੀ ਨਹੀਂ ਕਰਾਂਗੇ। ਹਾਂ, ਸਾਡਾ ਫੈਸਲਾ ਇਹ ਹੈ ਕਿ ਉਹਦਾ ਅਸੀਂ ਵਿਰੋਧ ਨਹੀਂ ਕਰਾਂਗੇ। ਅਗਰ ਹਰ ਇੱਕ ਜਥੇਬੰਦੀ ਆਜ਼ਾਦ ਹੈ, ਠੀਕ ਹੈ, ਵੱਖਰੀਆਂ ਜੇ ਇਕੱਠੀਆਂ ਹੋਣ ਤਾਂ ਇੱਕ ਜਥੇਬੰਦੀ ਬਣ ਜੇ। ਆਜ਼ਾਦ ਹੋਣ ਦੇ ਨਾਂ 'ਤੇ ਕੋਈ ਇਲੈਕਸ਼ਨਾਂ ਲੜੇ, ਕੋਈ ਨਾ ਲੜੇ, ਕੋਈ ਬਾਈਕਾਟ ਕਰੇ, ਕੋਈ ਵੋਟਾਂ ਪਾਵੇ, ਕੋਈ ਨਾ ਪਾਵੇ, ਸਭ ਦੀ ਆਜ਼ਾਦੀ ਹੈ, ਇਹ ਜਮਹੂਰੀਅਤ ਹੈ ਇੱਥੇ ਸਭ ਨੂੰ। ਉਹਨਾਂ ਨੇ ਵੀ ਇਹ ਐਸਕੇਐਮ ਵੱਲੋਂ ਨਹੀਂ ਮਤਲਬ ਇਲੈਕਸ਼ਨ ਲੜਨ ਦਾ ਐਲਾਨ ਕੀਤਾ, ਐਸਐਸਐਮ ਬਣਾ ਕੇ ਵੱਖਰਾ ਫਰੰਟ ਬਣਾ ਕੇ ਉਹਦੇ ਵੱਲੋਂ ਐਲਾਨ ਕੀਤਾ। ਇੱਕ ਨਵਾਂ ਤਜਰਬਾ ਉਹਨਾਂ ਨੇ ਇਹ ਸੋਚਿਆ ਕਿ ਅਸਲ ਦੇ ਵਿੱਚ ਲੋਕ, ਪੰਜਾਬ ਦੇ ਲੋਕ ਇੱਕ ਬਦਲ ਚਾਹੁੰਦੇ ਆ। ਬਦਲ ਦੇਣ ਦਾ ਹੁਣ ਮੌਕਾ ਮਤਲਬ ਠੀਕ ਹੈ, ਉਹ ਅਗਲਾ ਹੁਣ ਤਜਰਬਾ ਦੱਸੂਗਾ ਕਿ ਲੋਕ ਉਹਨਾਂ ਦੇ ਨਾਲ ਹੈ ਜਾਂ ਨਹੀਂ ਨਾਲ। ਜੇ ਲੋਕ ਬਦਲ ਚਾਹੁੰਦੇ ਆ ਤਾਂ ਉਹਨੂੰ ਕਾਮਯਾਬ ਕਰਨ, ਜੇ ਨਹੀਂ ਬਦਲ ਚਾਹੁੰਦੇ ਤਾਂ ਫਿਰ ਮਰਜ਼ੀ ਹੈ ਲੋਕਾਂ ਦੀ। ਉਹ ਕਹਿ ਦੇਣਗੇ ਅਸੀਂ ਤਾਂ ਤੁਹਾਡੀ ਉਮੀਦਾਂ 'ਤੇ ਉਤਰੇ ਸੀ, ਤੁਸੀਂ ਖਰੇ ਨਹੀਂ ਉਤਰੇ, ਅਸੀਂ ਆਪੋ ਆਪਣੀਆਂ ਜਥੇਬੰਦੀਆਂ ਦੇ ਵਿੱਚ। ਬੁਰਜਗਿੱਲ ਸਾਹਿਬ, ਕਿਤੇ ਇਹ ਤੁਹਾਡਾ ਵੀ ਕਿਤੇ ਸਾਰਿਆਂ ਦਾ ਇੱਕ ਕਹਿ ਲਓ ਕਿ ਰਲਮੀ ਮਿਲਮੀ ਸਲਾਹ ਤਾਂ ਨਹੀਂਗਾ ਵੀ ਅੱਧੇ ਕੁ ਜਾਣੇ ਪਾਰਟੀ ਬਣਾ ਕੇ ਦੇਖ ਲਓ, ਅੱਧੇ ਕੁ ਜਾਣੇ ਅਸੀਂ ਇੱਧਰ ਪ੍ਰੈਸ਼ਰ ਗਰੁੱਪਸ ਦੇ ਰੂਪ ਦੇ ਵਿੱਚ ਰਹਿੰਦੇ ਹਾਂ, ਇੱਦਾਂ ਦੀ ਕੋਈ ਚੀਜ਼ ਤਾਂ ਨਹੀਂ ਹੈਗੀ? ਨਹੀਂ, ਐਸੀ ਕੋਈ ਬਾਤ ਨਹੀਂ ਹੈ। ਵੱਖਰੀ ਆਪੋ ਆਪਣੀਆਂ ਜਥੇਬੰਦੀਆਂ ਦਾ ਵੱਖਰਾ ਸਟੈਂਡ ਆ। ਜਿੱਥੋਂ ਤੱਕ ਤੁਸੀਂ ਕਿਹਾ ਐਸਕੇਐਮ ਕਮਜ਼ੋਰ ਹੋਊਗਾ ਜਾਂ ਨਾ, ਦੇਖੋ ਇਲੈਕਸ਼ਨਾਂ ਤਾਂ ਇੱਕ ਬੰਦਾ ਲੜੂਗਾ ਨਾ। ਮੰਨ ਲਓ ਰਾਜੇਵਾਲ ਲੜਦਾ, ਰਾਜੇਵਾਲ ਦੀ ਜਥੇਬੰਦੀ ਤਾਂ ਨਹੀਂ ਲੜਦੀ, ਉਹ ਤਾਂ ਇੱਕ ਵੋਟਰ ਹੈ ਨਾ। ਤੇ ਰਾਜੇਵਾਲ ਇਲੈਕਸ਼ਨ ਜਿੱਤ ਜਾਂਦਾ, ਸੀਐਮ ਬਣ ਜਾਂਦਾ ਜਾਂ ਐਮਐਲਏ ਬਣ ਜਾਂਦਾ, ਕੋਈ ਮੰਤਰੀ ਬਣ ਜਾਂਦਾ, ਉਹਦੀ ਜਗ੍ਹਾ ਤੇ ਉਹ ਪ੍ਰਧਾਨ ਤਾਂ ਹੋਰ ਚੁਣੂਗਾ ਨਾ ਆਪਦੀ ਜਗ੍ਹਾ ਤੇ, ਆਪਦੀ ਜਥੇਬੰਦੀ ਦਾ ਉਹ ਜਾ ਸਕਦਾ, ਕੋਈ ਲੜਕਾ ਨਹੀਂ ਉਹਦੇ ਵਿੱਚ ਜਾਣ ਨੂੰ। ਕਿਸਾਨ ਆਗੂਆਂ ਦੇ ਉੱਤੇ ਕਹਿ ਲਓ ਕਿ ਪੰਜਾਬ ਨੂੰ ਬਹੁਤ ਮਾਣ ਹੈ, ਔਰ ਕਿਤੇ ਨਾ ਕਿਤੇ ਕਹਿ ਸਕਦੇ ਕਿ 32 ਕਿਸਾਨ ਆਗੂਆਂ ਦੇ ਪਿੱਛੇ ਪੂਰਾ ਪੰਜਾਬ ਜਿਹੜਾ ਜਾ ਕੇ ਦਿੱਲੀ ਦੀਆਂ ਬਰੂਹਾਂ ਤੇ ਬੈਠਾ ਰਿਹਾ। ਔਰ ਇਹ ਮੰਨਣਾ ਪਊਗਾ ਕਿ ਉਹ ਬਜ਼ੁਰਗ, ਉਹ ਮਾਵਾਂ ਜਿਹੜੇ ਪੂਰਾ ਸਾਲ ਘਰ ਨਹੀਂ ਮੁੜੇ, ਔਰ ਠੰਡ ਔਰ ਗਰਮੀਆਂ ਜਿਹੜੀਆਂ ਉੱਥੇ ਉਹਨਾਂ ਨੇ ਬੈਠ ਕੇ ਚੱਲੀਆਂ, ਉਹਨਾਂ ਦੇ ਸਿਰ ਤੇ ਅਸੀਂ ਜਿੱਤ ਕੇ ਵਾਪਸ ਆ ਗਏ। ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਕਿਸਾਨ ਆਗੂਆਂ ਦਾ ਇੱਕ ਮਾਣ ਸਤਿਕਾਰ ਉਹ ਬਣਿਆ ਹੋਇਆ। ਤੁਹਾਨੂੰ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਕਿਸਾਨ ਮੋਰਚੇ ਤੋਂ ਆ ਕੇ ਰਾਜੇਵਾਲ ਸਾਹਿਬ ਨੇ ਕਿਹਾ ਕਿ ਡੱਲੇਵਾਲ ਸਾਹਿਬ ਆਰਐਸਐਸ ਦੇ ਬੰਦੇ, ਔਰ ਡੱਲੇਵਾਲ ਸਾਹਿਬ ਨੇ ਕਿਹਾ ਕਿ ਇਹ ਤਾਂ ਇਹਨਾਂ ਦੇ ਫਾਊਂਡਰ ਮੈਂਬਰ ਆ, ਇਦਾਂ ਦੀਆਂ ਚੀਜ਼ਾਂ ਕਿਵੇਂ ਲੱਗਦੀਆਂ ਤੁਹਾਨੂੰ? ਹੋਣੀਆਂ ਚਾਹੀਦੀਆਂ ਸੀ ਜਾਂ ਨਹੀਂ ਹੋਣੀਆਂ ਚਾਹੀਦੀਆਂ ਸੀ? ਦੇਖੋ, ਮੈਨੂੰ ਬਹੁਤ ਕੁਛ ਕਿਹਾ ਇਹਨਾਂ ਨੇ ਜੀ। ਮੈਂ ਅੱਜ ਤੁਹਾਡੇ ਕੋਲ ਇਹ ਐਲਾਨ ਕਰਦਾ ਕਿ 5 ਮਹੀਨੇ ਮੇਰੀ ਕੇਂਦਰ ਸਰਕਾਰ ਨਾਲ ਗੱਲ ਚੱਲਦੀ ਰਹੀ ਹੈ। ਉਦੋਂ ਪਹਿਲਾਂ ਕਈ ਜਥੇਬੰਦੀਆਂ ਦੀ, ਹੋਰਾਂ ਦੀ ਵੀ ਚੱਲਦੀ ਰਹੀ ਹੈ, ਪਰ ਸਿਰੇ ਨਹੀਂ ਲੱਗੀ। ਅਸੀਂ ਇਹਨੂੰ ਸਿਰੇ ਲਾਉਣ ਦੇ ਵਿੱਚ ਕਾਮਯਾਬ ਹੋਏ ਹਾਂ, ਸਾਨੂੰ ਇਸ ਗੱਲ ਤੇ ਮਾਣ ਹੈ। ਬਹੁਤ ਕੁਛ ਕਹਿੰਦੇ ਆ, ਬੂਟਾ ਬੁਰਜਗਿੱਲ ਵਿਕ ਗਿਆ, ਉਹਨਾਂ ਨੇ ਅੰਦਰ ਖਾਤੇ ਚਿੱਠੀਆਂ ਲਿਖਤੀਆਂ, ਉਹ ਚਿੱਠੀਆਂ ਬਹੁਤ ਮਾੜੀਆਂ ਸੀ ਜਾਣੀ, ਪਰ ਮੈਂ ਕਿਸੇ ਨੂੰ ਕੁਛ ਨਹੀਂ ਕਹਿੰਦਾ। ਜੋ ਮੈਨੂੰ ਕਿਸੇ ਨੇ ਕੁਛ ਕਹਿਣਾ ਕਹੇ, ਮੈਂ ਨਹੀਂ ਕਹੂੰਗਾ। ਮੇਰੀ ਇੱਕ ਸਮਝ ਹੈ, ਇੱਕ ਸੋਚ ਹੈ ਕਿ ਇੱਕ ਸੋਚ ਦਾ ਮਤਲਬ ਛੋਟੀ ਸੋਚ ਦਾ ਪ੍ਰਗਟਾਵਾ ਇਹ, ਮਤਲਬ ਐਵੇਂ ਇੱਕ ਦੂਜੇ ਤੇ ਚਿੱਕੜਛਾਲੀ ਨਹੀਂ ਕਰਨੀ ਚਾਹੀਦੀ। ਮੀਟਿੰਗਾਂ ਦੇ ਵਿੱਚ ਰੱਖੋ, ਜੋ ਕੁਛ ਰੱਖਣਾ, ਕਿਸੇ ਨੇ ਗਲਤ ਕੀਤਾ, ਠੀਕ ਕੀਤਾ, ਮੀਟਿੰਗ ਦੇ ਵਿੱਚ ਰੱਖੋ। ਪਬਲਿਕ ਤੌਰ ਤੇ ਨਹੀਂ ਸੀ ਕਹਿਣਾ ਚਾਹੀਦਾ। ਪਹਿਲਾਂ ਇਹ ਡੱਲੇਵਾਲ ਜੀ ਨੇ ਕਿਹਾ, ਉਹਨੇ ਕਿਹਾ ਕਿ 6-6 ਕਰੋੜ ਰੁਪਇਆ ਲੈ ਕੇ ਆ ਗਏ ਸਾਰੀਆਂ ਜਥੇਬੰਦੀਆਂ, ਸਾਡੀ ਜਥੇਬੰਦੀ ਤੋਂ ਬਿਨਾਂ। ਦੇਖੋ ਕਿੱਡੀ ਵੱਡੀ ਗੱਲ ਹੈ। ਉਦੋਂ ਬਾਅਦ ਪ੍ਰਪੋਕ ਹੋ ਕੇ ਰਾਜੇਵਾਲ ਨੇ ਉਹਨੂੰ ਕਿਹਾ ਕਿ ਆਰਐਸਐਸ ਦਾ ਬੰਦਾ। ਇੱਥੋਂ ਸ਼ੁਰੂਆਤ ਹੋਈ ਹੈ, ਮਤਲਬ ਜਿਹੜੀ ਸ਼ਬਦ ਦੀ ਜੰਗ ਹੈ ਇਹ ਬਹੁਤ ਮਾੜੀ ਹੈ, ਮਤਲਬ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਇਹਦੇ ਨਾਲ। ਮੈਂ ਅੱਜ ਵੀ ਕਹੂੰਗਾ ਕਿ ਕਿਸੇ ਨੂੰ ਵੀ ਇੱਕ ਦੂਜੇ ਦੇ ਖਿਲਾਫ ਕੁਛ ਨਹੀਂ ਕਹਿਣਾ ਚਾਹੀਦਾ। ਬੁਰਜਗਿੱਲ ਸਾਹਿਬ, ਜਿਹੜੀ ਉਹ ਚਿੱਠੀ ਲੀਕ ਹੋਣ ਦਾ ਜ਼ਿਕਰ ਹੋ ਰਿਹਾ ਬਾਰ-ਬਾਰ, ਔਰ ਇਹ ਚੀਜ਼ਾਂ ਕਿਤੇ ਨਾ ਕਿਤੇ ਕਹਿ ਸਕਦੇ ਕਿ ਇੱਕ ਮਾਣ ਟੁੱਟ ਰਿਹਾ ਲੋਕਾਂ ਦਾ, ਜਿਨ੍ਹਾਂ ਨੂੰ ਬਹੁਤ ਗਰੂਰ ਆ, ਔਰ ਖਾਸ ਤੌਰ ਤੇ ਸੋਸ਼ਲ ਮੀਡੀਆ ਤੇ ਦੇਖੀਏ ਹਰ ਤਰ੍ਹਾਂ ਦੀ ਜਿਹੜੀ ਵਿਚਾਰਧਾਰਾ ਦੇ ਲੋਕ ਸਾਨੂੰ ਮਿਲਦੇ ਆ। ਇਹਨਾਂ ਚੀਜ਼ਾਂ ਦੇ ਬਾਰੇ 'ਚ ਕੀ ਕਹਿਣਾ ਚਾਹੋਗੇ? ਜਿਹੜੀਆਂ ਉਹ ਚਿੱਠੀਆਂ, ਤੁਸੀਂ ਕਿਹਾ ਕਿ ਤੁਹਾਡੇ ਤੇ ਵੀ ਆਰੋਪ ਲੱਗਿਆ ਵੀ ਚਿੱਠੀਆਂ ਲਿਖੀਆਂ ਗਈਆਂ, ਇਹ ਮੰਨਦੇ ਹੋ ਕਿ ਪਰਸਨਲੀ, ਚਾਹੇ ਉਹ ਇੱਕ ਜਥੇਬੰਦੀ ਨੇ ਕੋਸ਼ਿਸ਼ ਕੀਤੀ ਹੋਵੇ, ਦੋਵਾਂ ਨੇ, ਕਿ ਐਟਲੀਸਟ ਸਰਕਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਕਿ ਕੋਈ ਹੱਲ ਨਿਕਲ ਆਵੇ? ਦੇਖੋ, ਜਦੋਂ ਤੋਂ ਜਾ ਕੇ ਅਸੀਂ ਦਿੱਲੀ ਦੇ ਬਾਰਡਰਾਂ 'ਤੇ ਬੈਠੇ ਹਾਂ, ਸਰਕਾਰ ਦੀਆਂ ਬਹੁਤ ਸਾਰੀਆਂ ਪ੍ਰਪੋਜ਼ਲਾਂ ਆਈਆਂ। ਪਹਿਲਾਂ ਉਹ ਅਮੈਂਡਮੈਂਟਾਂ ਦੀ ਪ੍ਰਪੋਜ਼ਲ ਲੈ ਕੇ ਆਉਂਦੇ ਰਹੇ, 1 ਕਰਾ ਲਓ, 2 ਕਰਾ ਲਓ, 3 'ਚ ਕਰਾ ਲਓ, ਠੀਕ ਹੈ, ਉਹ ਠੀਕ ਨਹੀਂ ਲੱਗੀ। ਤੇ ਉਦੋਂ ਬਾਅਦ ਫਿਰ ਉਹ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਅਮੈਂਡਮੈਂਟਾਂ 'ਤੇ ਤਾਂ ਸਹਿਮਤ ਨਹੀਂ ਹੁੰਦੇ, ਫਿਰ ਉਹ ਸਸਪੈਂਡ ਵਾਲੀ ਗੱਲ ਲੈ ਕੇ ਆਏ ਕਿ 1.5 ਸਾਲ ਲਈ ਜਾਂ 2 ਸਾਲ ਲਈ ਸਸਪੈਂਡ ਕਰ ਦਿੰਦੇ ਆ। ਉਹਦੇ 'ਤੇ ਵੱਖ-ਵੱਖ ਮੱਤ ਬਣੇ,
ਉਹ ਬਾਹਰ ਵੀ ਆ ਗਏ ਸੀ 15-17 ਵਾਲੇ ਜਣੀ, ਠੀਕ ਹੈ। ਕੋਈ ਕਹਿੰਦਾ ਆਪਾਂ ਨੂੰ ਹੁਣ ਠਾ ਦੇਣਾ ਚਾਹੀਦਾ, ਕੋਈ ਕਹਿੰਦਾ ਨਹੀਂ ਠਾਉਣਾ ਚਾਹੀਦਾ, ਪਰ ਉੱਥੇ ਆਮ ਸਹਿਮਤੀ ਕੀ ਬਣਦੀ ਹੈ? ਸਹਿਮਤੀ ਤੇ ਖੜਦੇ ਆ ਸਾਰੇ ਜਾਨਾ। 15-17 ਦਾ ਫੈਸਲਾ ਹੋਣ ਦੇ ਬਾਵਜੂਦ ਵੀ ਅਸੀਂ ਇਕਜੁੱਟ ਰਹੇ। ਮਤਲਬ ਉਦੋਂ ਬਾਅਦ ਫਿਰ ਉਹ ਪ੍ਰਪੋਜ਼ਲਾਂ ਇਹੋ ਜਿਹੀਆਂ ਲੈ ਕੇ ਆਉਂਦੇ ਰਹੇ ਕਿ ਇੱਕ ਸਸਪੈਂਡ ਕਰ ਦਿੰਦੇ ਆ, 2 ਰੱਦ ਕਰ ਦਿੰਦੇ ਆ, ਜਾਂ ਇੱਕ ਤੇ ਕਮੇਟੀ ਬਣਾ ਦਿੰਦੇ ਆ। ਵੱਖ-ਵੱਖ ਪ੍ਰਪੋਜ਼ਲਾਂ ਬਹੁਤ ਸਾਰੀਆਂ ਆਉਂਦੀਆਂ ਰਹੀਆਂ, ਬਹੁਤ ਲੀਡਰਾਂ ਕੋਲੇ ਆਈਆਂ, ਸਾਡੇ ਕੋਲੇ ਵੀ ਆਈ। ਅਸੀਂ ਪ੍ਰਪੋਜ਼ਲ ਉਹ ਜਿਹੜੇ 21 ਨੁਮਾਇੰਦੇ ਸੱਦੇ ਅਸੀਂ ਵੱਖ-ਵੱਖ ਸਟੇਟਾਂ ਦੇ, ਪੰਜਾਬ ਦੇ, ਅਤੇ ਉਹਨਾਂ ਨੁਮਾਇੰਦਿਆਂ ਦੇ ਵਿੱਚੋਂ ਪ੍ਰਪੋਜ਼ਲ ਰੱਖੀ ਕਿ ਆਹ ਪ੍ਰਪੋਜ਼ਲ ਸਰਕਾਰ ਵੱਲੋਂ ਆਈ ਹੈ। ਉਹ 21 ਨੇ ਸਵੀਕਾਰ ਕਰ ਲਈ ਲਖੀਮਪੁਰ ਕੱਟਣ ਤੋਂ ਪਹਿਲਾਂ ਕਿ 2 ਮਤਲਬ ਰੱਦ ਹੋ ਜਾਣ ਅਤੇ ਇੱਕ ਤੇ ਕਮੇਟੀ ਬਣ ਜੇ। ਉਹ 2 ਮਹੀਨਿਆਂ ਬਾਅਦ ਕਮੇਟੀ ਉਹਨੂੰ ਰੱਦ ਕਰ ਦੂਗੀ। ਇਹ ਪ੍ਰਪੋਜ਼ਲ ਸੀ। ਅਤੇ ਉਹ ਸਾਨੂੰ ਵੀ ਸਾਰਿਆਂ ਨੂੰ ਇਹ ਲੱਗਦਾ ਸੀਗਾ ਵੀ ਜਿਹੜਾ ਜਮਾਖੋਰੀ ਵਾਲਾ ਹੈ ਉਹਦੇ ਖਾਲੀ ਰਹਿ ਜਾਂਦਾ ਜੇ 2 ਕਾਨੂੰਨ ਪਹਿਲੇ ਰੱਦ ਹੋ ਜਾਂਦੇ ਆ। ਉਸ ਤੋਂ ਬਾਅਦ ਲਖੀਮਪੁਰ ਵਾਲੀ ਘਟਨਾ ਵਾਪਰ ਗਈ ਦੂਜੇ ਦਿਨ ਹੀ। ਜਦੋਂ ਦੂਜੇ ਦਿਨ ਲਖੀਮਪੁਰ ਵਾਲੀ ਘਟਨਾ ਵਾਪਰ ਗਈ ਤਾਂ ਉਹਦੇ ਵਿੱਚ ਮੰਗਾਂ ਹੋਰ ਜੁੜ ਗਈਆਂ ਕਿ ਸਭ ਤੋਂ ਪਹਿਲਾਂ ਮਤਲਬ ਉਹਨੂੰ ਅਸ਼ੀਸ਼ ਮਿਸ਼ਰਾ ਨੂੰ ਮਤਲਬ ਅਰੈਸਟ ਕਰੋ, ਉਹਨੂੰ ਅਹੁਦੇ ਤੋਂ ਖਾਰਜ ਕਰੋ, ਅਤੇ ਨਾਲ ਉਹ ਮੁੰਡਿਆਂ ਦੇ 4 ਦੀ ਮੌਤ ਹੋ ਗਈ, ਮਤਲਬ ਉਹਨਾਂ ਦੇ ਕਾਤਲਾਂ ਨੂੰ ਫੜੋ ਜਣੀ, ਠੀਕ ਹੈ। ਉਹ ਗੱਲਬਾਤ ਟੁੱਟ ਗਈ ਇੱਕ ਵਾਰ। ਉਦੋਂ ਬਾਅਦ ਜਦੋਂ ਦੁਬਾਰਾ ਸਾਡੇ ਕੋਲ ਪ੍ਰਪੋਜ਼ਲ ਫੇਰ ਆਈ ਇਹ, ਫਿਰ ਅਸੀਂ ਕਿਹਾ ਵੀ ਹੁਣ ਵਕਤ ਨਹੀਂ ਰਿਹਾ। ਉਹ ਸਮਾਂ ਸੀ ਉਦੋਂ, ਇੱਕ ਸਮਾਂ, ਹੁਣ ਨਹੀਂ ਉਹ ਸਮਾਂ, ਹੁਣ ਇਹ 3 ਰੱਦ ਕਰਨੇ ਪੈਣਗੇ। ਉਦੋਂ ਬਾਅਦ ਸਰਕਾਰ ਨੇ ਫਿਰ ਫੈਸਲਾ ਲੈ ਲਿਆ, ਰੱਦ ਹੋ ਗਏ 3। ਹੁਣ ਜੇ ਕਿਹਾ ਜਾਵੇ ਕਿ ਮੋਦੀ ਸਾਹਿਬ ਨੇ ਜਿਹੜਾ ਇੱਕ ਅਸੀਂ ਪੂਰਾ ਸਾਲ ਉਡੀਕਦੇ ਰਹੇ ਕਿਸਾਨ, ਕਿ ਜਦੋਂ ਵੀ ਮੋਦੀ ਸਾਹਿਬ ਰਾਸ਼ਟਰ ਨੂੰ ਸੰਬੋਧਨ ਕਰਦੇ ਸੀ ਵਿੱਚੋਂ ਕਿਸਾਨ ਸ਼ਬਦ ਭਾਲਦੇ ਸੀ ਔਰ ਕੁਝ ਹਮਦਰਦੀ ਭਰੇ ਸ਼ਬਦ ਭਾਲਦੇ ਸੀ, ਉਹ ਆਇਆ ਨਹੀਂ ਸੀ ਮੋਦੀ ਸਾਹਿਬ ਦੀ ਜ਼ੁਬਾਨ ਦੇ ਉੱਤੇ। ਹੁਣ ਜਦੋਂ ਉਹਨਾਂ ਨੇ ਕਾਨੂੰਨ ਰੱਦ ਕੀਤੇ ਤੇ ਉਸ ਦਿਨ ਗੁਰਪੁਰਬ ਵਾਲੇ ਦਿਨ ਸਭ ਨੂੰ ਯਾਦ ਆ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਕਿ ਮੈਂ ਮਾफ़ੀ ਮੰਗਦਾ, ਮੇਰੇ ਕੁਝ ਕਿਸਾਨ ਭਰਾ, ਕੁਝ ਜਿਹੜੇ ਸੜਕਾਂ ਤੇ ਬੈਠੇ ਸੀ ਉਹਨਾਂ ਦੀ ਵਜ੍ਹਾ ਕਰਕੇ ਕਾਨੂੰਨ ਰੱਦ ਕਰਨੇ ਪੈ ਗਏ, ਤੇ ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਨੂੰ ਸਮਝਾ ਨਹੀਂ ਪਾਇਆ। ਹੁਣ ਜਦੋਂ ਸਾਰਾ ਕੁਝ ਉਹਨਾਂ ਨੇ ਰੱਦ ਕਰ ਦਿੱਤਾ ਔਰ ਨਵੀਆਂ ਪ੍ਰਪੋਜ਼ਲਾਂ, ਕਦੀ ਪੰਜਾਬ ਜਿਹੜਾ ਨੂੰ ਚੰਡੀਗੜ੍ਹ ਜਿਹੜਾ ਪੰਜਾਬ ਨੂੰ ਦੇਣ ਦੀ ਗੱਲ ਹੁੰਦੀ ਆ, ਜਾਂ ਫਿਰ ਹੁਣ ਇਹ ਸਾਰੀਆਂ ਚੀਜ਼ਾਂ ਦੇ ਵਿੱਚ 5 ਤਰੀਕ ਨੂੰ ਹੁਣ ਤੋਂ ਮਤਲਬ 2-3 ਦਿਨ ਦੇ ਬਾਅਦ ਮੋਦੀ ਸਾਹਿਬ ਪੰਜਾਬ ਆ ਰਹੇ ਨੇ। ਇਹਨਾਂ ਚੀਜ਼ਾਂ ਨੂੰ ਲੈ ਕੇ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਐਲਾਨ ਕਰਨ ਜਾ ਰਹੀਆਂ ਕਿ ਅਸੀਂ ਵਿਰੋਧ ਕਰਾਂਗੇ ਜਾਂ ਅਸੀਂ ਉਹਨਾਂ ਨੂੰ ਉਤਰਨ ਨਹੀਂ ਦੇਵਾਂਗੇ, ਜਾਂ ਇੱਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ। ਤੁਹਾਡੀ ਜਥੇਬੰਦੀ ਦਾ ਕੀ ਸਟੈਂਡ ਹੈ ਕਿ ਮੋਦੀ ਸਾਹਿਬ ਜੇ ਆਉਂਦੇ ਆ ਕੀ ਹੋਣਾ ਚਾਹੀਦਾ? ਜਾਂ ਤਾਂ ਪੰਜਾਬ ਦੀ ਜਿਹੜੀ ਉਹ ਪ੍ਰਾਹੁਣਚਾਰੀ ਆ, ਜੀ ਆਇਆਂ ਨੂੰ ਕਹਿਣਾ ਹੋਊਗਾ, ਜਾਂ ਫਿਰ ਕਿਸੇ ਹੋਰ ਤਰੀਕੇ ਨਾਲ ਸਵਾਗਤ ਕਰਨ ਦੀ ਤਿਆਰੀ ਹੈ? ਦੇਖੋ, ਨਾ ਅਸੀਂ ਵਿਰੋਧ ਕਰਾਂਗੇ, ਨਾ ਅਸੀਂ ਜੀ ਆਇਆਂ ਕਹਾਂਗੇ। ਅਸੀਂ ਦੇਖਾਂਗੇ ਕਿ ਮੋਦੀ ਕੀ ਕਰਦਾ। ਸਾਨੂੰ ਲੱਗਦਾ ਹੈ ਇੱਕ ਸਾਡੇ ਨਾਲ ਉਹਨੇ ਵਾਅਦਾ ਕੀਤਾ ਸੀਗਾ ਕਿ ਫਸਲੀ ਚੱਕਰ ਬਦਲਣ ਵੇਲੇ ਜੇ ਤੁਸੀਂ ਫਸਲੀ ਚੱਕਰ ਬਦਲੋ, ਕਣਕ ਝੋਨੇ ਦੇ ਵਿੱਚੋਂ ਨਿਕਲੋ, ਤਾਂ MSP ਵੀ ਅਸੀਂ ਦੇ ਸਕਦੇ ਸਾਰੀਆਂ ਫਸਲਾਂ ਤੇ ਅਸੀਂ ਕਿਹਾ ਸੀ ਕਿ ਜੇ ਫਸਲੀ ਚੱਕਰ ਬਦਲਣਾ ਤਾਂ ਇੱਕ ਵੱਡੇ ਪੈਕੇਜ ਦੀ ਲੋੜ ਆ। ਸਾਨੂੰ ਉਮੀਦ ਹੈ ਕਿ ਉਹ ਵੱਡਾ ਪੈਕੇਜ ਹੈ ਜਿਹੜਾ ਉਹਦਾ ਐਲਾਨ ਕਰਨਗੇ। ਤੇ ਦੂਸਰਾ, ਉਹਨਾਂ ਦੀ ਜਿੰਨੀ ਮਤਲਬ ਹੈਸੀਅਤ ਘਟ ਗਈ ਆ BJP ਦੀ ਲੋਕਾਂ ਦੇ ਵਿੱਚੋਂ, ਉਹਨੂੰ ਬਹਾਲ ਕਰਨ ਦੇ ਲਈ ਕੁਝ ਨਾ ਕੁਝ ਉਹ ਕਰਜ਼ਾ ਮਾਫੀ ਦਾ ਵੀ ਐਲਾਨ ਕਰ ਸਕਦਾ। ਜਿਵੇਂ ਕਹਿੰਦੇ ਹੁੰਦੇ ਆ, ਤੇਲ ਦੇਖ ਤੇਲ ਦੀ ਧਾਰ ਦੇਖ, ਠੀਕ ਹੈ। ਅਸੀਂ ਉਸ ਗੱਲ ਤੇ ਖੜੇ ਹਾਂ, ਦੇਖਦੇ ਹਾਂ ਕੀ ਐਲਾਨ ਕਰਦਾ ਨਹੀਂ ਕਰਦਾ। ਸੰਘਰਸ਼ਾਂ ਦੇ ਪੇੜ 'ਚ ਤਾਂ 24 ਘੰਟੇ ਰਹਿਣਾ ਹੀ ਹੈ। ਅਤੇ ਇੱਕ ਵਾਰ ਲੋਕਾਂ ਨੂੰ ਐਂ ਲੱਗੇ ਵੀ ਯਾਰ ਉਹ ਤਾਂ ਕਰਜ਼ਾ ਮਾਫ ਕਰਨ ਆਉਂਦਾ ਸੀ, ਉਹਦਾ ਵਿਰੋਧ ਕਰਤਾ, ਉਹ ਫਿਰ ਪਿੱਛੇ ਮੁੜ ਗਿਆ, ਉਹ ਉਤਰਿਆ ਨਹੀਂ, ਉਹਨੇ ਐਲਾਨ ਕਰਨਾ ਸੀ ਪਰ ਇਹ ਜਥੇਬੰਦੀਆਂ ਨੇ ਨਹੀਂ ਕਰਨ ਦਿੱਤਾ। ਅਸੀਂ ਅਜਿਹਾ ਅਸੀਂ ਨਹੀਂ ਕਰਾਂਗੇ। ਤੁਹਾਡੀ ਜਥੇਬੰਦੀ ਵੱਲੋਂ ਇਦਾਂ ਦਾ ਕੋਈ ਜਿਹੜਾ ਪ੍ਰੋਗਰਾਮ ਨਹੀਂ ਦਿੱਤਾ ਜਾ ਰਿਹਾ, ਉਹਨਾਂ ਦੇ ਕੋਈ ਵਿਰੋਧ ਦਾ ਜਾਂ ਕੁਝ ਵੀ ਇਦਾਂ ਦਾ? ਨਹੀਂ, ਬਿਲਕੁਲ ਨਹੀਂ ਕਰਾਂਗੇ ਅਸੀਂ। ਤੁਸੀਂ ਨਹੀਂ ਕਰੋਗੇ? ਨਹੀਂ ਕਰਾਂਗੇ। ਔਰ ਹੁਣ ਜਿਹੜੀਆਂ ਇਲੈਕਸ਼ਨ ਦੇ ਵਿੱਚ, ਜੇ ਆਪਾਂ ਕਹੀਏ ਕਿ ਇਲੈਕਸ਼ਨ ਜਿਹੜੀਆਂ ਆ ਰਹੀਆਂ ਨੇ, ਇਹਦੇ ਵਿੱਚ ਕਿੱਦਾਂ ਦਾ, ਜੇ ਤੁਹਾਡੇ ਤਜਰਬੇ ਤੋਂ ਦੇਖਿਆ ਜਾਵੇ, ਤੁਹਾਡਾ ਬੜਾ ਲੰਬਾ ਸਮਾਂ ਸੰਘਰਸ਼ ਹੈ, ਤੁਸੀਂ ਨੇੜੇ ਤੋਂ ਵਾਚਿਆ ਹੋਇਆ ਜੇ ਕਹੇ ਰਾਜਨੀਤਿਕ ਪਾਰਟੀਆਂ ਨੂੰ ਕਿ ਕਿਸ ਤਰੀਕੇ ਨਾਲ ਕੰਮ ਕਰਦੀਆਂ, ਕਿਸ ਤਰੀਕੇ ਨਾਲ ਲਾਰੇ ਲਾਉਂਦੀਆਂ, ਕਿਸ ਤਰੀਕੇ ਨਾਲ ਕੀ ਹੁੰਦਾ। ਹੁਣ ਕੀ ਲੱਗਦਾ ਹੈ ਕਿ ਕਿਸਾਨੀ ਮੋਰਚੇ ਦੇ ਵਿੱਚੋਂ ਨਿਕਲੀ ਹੋਈ ਪਾਰਟੀ SSM ਜਿੱਤੇ ਜਾਂ ਹਾਰੇ, ਪਰ ਤੁਹਾਨੂੰ ਕੀ ਲੱਗਦਾ ਕਿ ਰਾਜਨੀਤੀ ਦੇ ਸਮੀਕਰਨ, ਜਿਹੜੇ ਚੋਣ ਪ੍ਰਚਾਰ ਦੇ ਸਮੀਕਰਨ ਦੂਜੀਆਂ ਪਾਰਟੀਆਂ ਦੇ ਸਾਹਮਣੇ, ਇਹ ਬਦਲਣ ਦੇ ਵਿੱਚ ਕਾਮਯਾਬ ਹੋਇਆ SSM ਜਾਂ ਨਹੀਂ? ਦੇਖੋ, ਜੇ ਤਾਂ ਇੱਕਜੁੱਟ ਹੋ ਕੇ SKM ਆਉਂਦਾ ਨਾ, ਸਾਰੇ ਦਾ ਸਾਰਾ ਇਲੈਕਸ਼ਨਾਂ ਦੇ ਵਿੱਚ ਉਤਰਦਾ, ਮੈਂ ਕਹਿੰਦਾ ਸਾਰੀਆਂ ਪਾਰਟੀਆਂ ਦਾ ਇੱਥੇ ਸਫਾਇਆ ਹੋ ਜਾਣਾ ਸੀਗਾ, ਹੋ ਜਾਣਾ ਸੀ। SKM ਦੀ ਸਰਕਾਰ ਬਣਨੀ ਸੀ, ਇਹਦੇ ਵਿੱਚ ਕੋਈ ਰੌਲਾ ਨਹੀਂ। ਜਦੋਂ ਵੱਡੀਆਂ ਜਥੇਬੰਦੀਆਂ ਪਾਸੇ ਰਹਿ ਜਾਂਦੀਆਂ ਤਾਂ ਛੋਟੀਆਂ ਜਥੇਬੰਦੀਆਂ ਦਾ ਫਿਰ ਪ੍ਰਚਾਰ ਵੀ ਨਹੀਂ ਹੁੰਦਾ। ਉਹਨਾਂ ਦੀ ਵੋਟ ਜਿਹੜੀ ਪ੍ਰਤੀਸ਼ਤ ਹੈ ਨਾ, ਉਹ ਵੀ ਘੱਟ ਹੁੰਦੀ ਹੈ। ਕੋਈ ਇੱਕ ਜ਼ਿਲ੍ਹੇ ਦੇ ਵਿੱਚ ਹੈ, ਕੋਈ ਇੱਕ ਮਿਲ ਦੀ ਹੈ, ਕੋਈ 2 ਜ਼ਿਲ੍ਹਿਆਂ ਦੇ ਵਿੱਚ ਹੈ, ਇਹੋ ਜਿਹੀਆਂ ਮਤਲਬ ਪੋਜੀਸ਼ਨਾਂ ਦੇ ਉੱਪਰ ਆ। ਉਹਨਾਂ ਨੂੰ ਦੇਖੋ, ਇਹ ਜੇ ਉਹਨਾਂ ਨੇ ਹੁਣ ਉਤਰੇ ਚੋਣ ਮੈਦਾਨ ਦੇ ਵਿੱਚ, ਫਿਰ ਡਟ ਕੇ ਉਤਰਨਾ ਚਾਹੀਦਾ, ਬੇਝਿਜਕ ਹੋ ਕੇ। ਕੋਈ ਗੱਲ ਨਹੀਂ, ਜੇ ਹਾਰ ਜਾਣਗੇ ਲੋਕਾਂ ਨੂੰ ਕਹਿ ਦੇਣ ਵੀ ਅਸੀਂ ਤਾਂ ਤੁਹਾਡੇ ਇੱਛਾਵਾਂ 'ਤੇ ਪੂਰੇ ਉਤਰੇ ਸੀ, ਤੁਸੀਂ ਸਾਨੂੰ ਨਹੀਂ ਵੋਟਾਂ ਪਾਈਆਂ, ਅਸੀਂ ਫੇਰ ਮੋਰਚਿਆਂ ਦੇ ਵਿੱਚ, ਕੋਈ ਫਰਕ ਨਹੀਂ ਪੈਣਾ ਇਸ ਗੱਲ ਨਾਲ।
ਤੁਸੀਂ ਉਹਨਾਂ ਨੂੰ ਇੱਕ ਡਾਇਲੌਗਸ ਦੇ ਰਹੇ ਹੋ ਕਿ ਜੇ ਤੁਸੀਂ ਹਾਰ ਗਏ ਤਾਂ ਵੀ ਲੋਕਾਂ ਸਿਰ ਸਿੱਟ ਦਿਓ, ਜੇ ਜਿੱਤ ਗਏ ਤੇ ਲੋਕਾਂ ਦੇ ਸਿਰ ਤੇ ਹੀ ਜਿੱਤਣਾ। ਇਹ ਤਾਂ ਜਮਹੂਰੀਅਤ ਹੈ ਨਾ, ਸਰਕਾਰ ਤਾਂ ਲੋਕਾਂ ਨੇ ਬਣਾਉਣੀ ਹੈ ਨਾ, ਲੀਡਰਾਂ ਨੇ ਥੋੜ੍ਹਾ ਬਣਾਉਣੀ ਹੈ ਇਕੱਲੇ ਨੇ। ਲੀਡਰ ਤਾਂ ਉਹਨਾਂ ਨੂੰ ਵੱਧ ਤੋਂ ਵੱਧ ਕੀ ਕਹਿ ਸਕਦੇ ਆ, ਅਸੀਂ ਕਿਸਾਨਾਂ ਤੇ ਲਾਠੀ ਚਾਰਜ ਨਹੀਂ ਕਰਾਂਗੇ, ਠੀਕ ਹੈ। ਕਿਸਾਨਾਂ ਦਾ ਕਰਜ਼ਾ ਮਾਫ ਕਰ ਦਿਆਂਗੇ ਅਸੀਂ। ਜਿਹੜੀਆਂ ਵੱਡੀਆਂ ਗੱਲਾਂ MSP ਬਣਾਉਣੀ ਹੈ, ਫਸਲਾਂ ਖਰੀਦਣੀਆਂ, ਹੋਰ ਸਭ ਕੁਝ ਕਰਨਾ, ਉਹ ਤਾਂ ਸਾਰ ਕੇਂਦਰ ਸਰਕਾਰ ਆਪਦੇ ਹੱਥ 'ਚ ਲਈ ਬੈਠੀ ਹੈ। ਸਟੇਟਾਂ ਤੋਂ ਤਾਂ ਜਿਹੜਾ ਮਾੜਾ ਮੋਟਾ ਸੀਗਾ, ਜਿਹੜੇ ਤਿੰਨੇ ਕਾਨੂੰਨਾਂ ਦੀ ਗੱਲ ਕਰਦੇ ਆ, ਸਟੇਟਾਂ ਦਾ ਹੀ ਹਿੱਸਾ ਸੀਗਾ, ਉਹ ਸਾਰਾ ਖੋ ਕੇ ਆਪਦੇ ਹੱਥ 'ਚ ਕਰੀ ਜਾਂਦੇ ਆ। ਇਹ ਤਾਂ ਅਸਲ ਦੇ ਵਿੱਚ ਤਾਂ ਇਲੈਕਸ਼ਨਾਂ ਨਾਲ ਨਹੀਂ, ਸਾਡਾ ਤਾਂ ਇਹ ਕਿ ਜਿਹਨੂੰ ਇਨਕਲਾਬ ਕਹਿੰਦੇ ਆ ਨਾ, ਜਿਹੜਾ ਭਗਤ ਸਿੰਘ ਰਾਜਗੁਰੂ ਸੁਖਦੇਵ ਦਾ ਰਾਹ ਸੀ, ਉਹਦੇ ਤੇ ਖੜ ਕੇ ਜਿਵੇਂ ਉਹਨਾਂ ਨੇ ਅੰਗਰੇਜ਼ਾਂ ਨੂੰ ਦਵਲਿਆ, ਇਹ ਕਾਲੇ ਅੰਗਰੇਜ਼ਾਂ ਨੂੰ ਦਵਲਣ ਵਾਲਾ ਇੱਥੋਂ। ਉਹ ਕੋਈ ਸਮਾਂ ਆਊਗਾ, ਅਜੇ ਸਮਾਂ ਹੈ ਨਹੀਂ। ਉਹ ਬੁਰਜਗਿੱਲ ਸਾਹਿਬ, ਇਹਦਾ ਮਤਲਬ ਤੁਸੀਂ ਮੰਨਦੇ ਹੋ ਕਿ ਜੇ ਇਸ ਤਰੀਕੇ ਨਾਲ ਤਾਂ ਫਿਰ ਚੰਨੀ ਸਾਹਿਬ, ਕੈਪਟਨ ਸਾਹਿਬ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਉਹ ਵੀ ਕਹਿ ਸਕਦੇ ਵੀ ਸਾਡੇ ਹੱਥ 'ਚ ਤਾਂ ਕੁਝ ਹੈ ਹੀ ਨਹੀਂ ਸੀ। ਜੇ ਜਥੇਬੰਦੀਆਂ ਨੇ ਵੀ ਕੱਲ੍ਹ ਨੂੰ ਸੱਤਾ ਦੇ ਵਿੱਚ ਆ ਕੇ ਇਹੀ ਕਹਿਣਾ ਵੀ ਇਹ ਤਾਂ ਕੇਂਦਰ ਸਰਕਾਰ ਦੇ ਹੱਥ 'ਚ, ਸਾਡੇ ਹੱਥ 'ਚ ਹੈ ਨਹੀਂਗਾ, ਇਹੀ ਬਹਾਨੇ ਫਿਰ ਕੱਲ੍ਹ ਨੂੰ ਇਹ ਵੀ ਲਾਉਣਗੇ ਜੇ ਸੱਤਾ 'ਚ ਆ। ਦੇਖੋ, ਜੇ ਕੈਪਟਨ ਨੇ ਮਾਰ ਖਾਧੀ ਹੈ, ਇਸ ਕਰਕੇ ਖਾਧੀ ਹੈ, ਸਿਰਫ ਵੋਟਾਂ ਲੈਣ ਖਾਤਰ। ਜੇ ਕੋਈ ਸੱਚਾ ਬੰਦਾ ਸੱਚ ਬੋਲਦਾ ਵੀ ਮੇਰੇ ਕੋਲ ਇੰਨਾ ਕੁਛ ਹੈ, ਮੈਂ ਆਹ ਕਰ ਸਕਦਾ, ਆਹ ਸੈਂਟਰ ਦੇ ਹੱਥ 'ਚ ਹੈ, ਇਹ ਸੈਂਟਰ ਤੋਂ ਕਰਾਓ, ਫਿਰ ਉਹ ਲੋਕ ਮਾਰ ਨਹੀਂ ਖਾਂਦੇ। ਇਹ ਜਦੋਂ ਸਾਰਾ ਕੁਛ ਜਿਵੇਂ ਹੁਣ ਚੰਨੀ ਐਲਾਨ ਹੀ ਕਰੀ ਜਾਂਦਾ, ਸਭ ਕੁਛ ਮੰਨੀ ਜਾਂਦਾ, ਰਹਿ ਗਏ ਉਹ ਇਕੱਲੇ ਐਲਾਨ। 20 ਦਿਨ ਤਾਂ ਲੱਗਿਆ ਵੀ ਚੰਨੀ ਬਹੁਤ ਚੰਗਾ, ਬਾਅਦ ਦੇ ਵਿੱਚ ਕੁਛ ਵੀ ਨਹੀਂ ਨਿਕਲਿਆ ਉਹਦੇ ਵਿੱਚੋਂ। ਤੇ ਸਿਰਫ ਇਹ ਵੀ ਚੰਨੀ ਨੂੰ ਵੀ ਜਿਹੜਾ ਤਾਰਿਆ ਸੀ ਸ਼੍ਰੋਮਣੀ ਅਕਾਲੀ ਦਲ ਨੇ, ਦੇਖੋ ਹਾਥੀ ਦੀ ਪੂਛ ਫੜ ਲਈ ਕਿ ਦਲਤਾਂ ਦੀ ਵੋਟ ਹੈ ਜਿਹੜੀ ਲਈ ਜਾ ਸਕਦੀ ਹੈ, ਠੀਕ ਹੈ। ਕਿਸਾਨਾਂ ਨੇ ਤਾਂ ਪਾਉਣੀ ਨਹੀਂ, ਤੇ ਕਾਂਗਰਸ ਨੇ ਕੀ ਸੋਚਿਆ ਕਿ ਕਿਸਾਨਾਂ ਨੇ ਤਾਂ ਵੋਟ ਪਾਉਣੀ ਨਹੀਂ, ਤੇ ਮਜ਼ਦੂਰਾਂ ਵਾਲਾ ਪੱਤਾ ਵਰਤੋ, ਉਹਨਾਂ ਨੇ ਚੰਨੀ ਨੂੰ ਮੁੱਖ ਮੰਤਰੀ ਬਣਾਤਾ। ਉਹਨਾਂ ਨੂੰ ਇੱਕ ਵਾਰ ਲੱਗਦਾ ਵੀ ਹੁਣ ਮਜ਼ਦੂਰ ਜਮਾਤ ਨੂੰ, ਸਾਰੇ ਵਰਗਾਂ ਨੂੰ, ਕਿ ਸਾਡੀ ਹੋਈ ਹੈ ਸਰਕਾਰ ਜਦੋਂ ਮੁੱਖ ਮੰਤਰੀ ਸਾਡਾ। ਇਹ ਵੋਟ ਪੱਤੇ ਹੈ, ਖੇਡਦੇ ਆ ਸਾਰੇ ਜਣੀ। BJP ਚਾਹੁੰਦੀ ਹੈ ਕਿ ਜੇ ਕਿਸਾਨਾਂ ਦੀਆਂ ਵੋਟਾਂ ਲੈ ਲੈਣ, ਜਿਹੜੀ ਹਿੰਦੂ ਤਬਕੇ ਦੀ ਵੋਟ ਹੈ ਉਹ ਸਾਰੀ BJP ਨੂੰ ਪਾ ਕੇ ਅਸੀਂ ਸਰਕਾਰ ਬਣਾ ਸਕਦੇ ਹਾਂ। ਆਪੋ ਆਪਣੇ ਪੈਂਤੜੇਬਾਜ਼ੀ ਤੇ ਬੈਠੇ ਸਾਰੇ। BJP ਨਹੀਂ ਚਾਹੁੰਦੀ ਕਿ ਕਿਸਾਨ ਇਲੈਕਸ਼ਨਾਂ ਨਾ ਲੜਨ, BJP ਚਾਹੁੰਦੀ ਹੈ ਕਿ ਲੜਨ। ਇਹ ਕਿਸਾਨਾਂ ਦੀ ਵੋਟ ਇਹਨਾਂ ਨੂੰ ਪੈ ਜੇ, ਬਾਕੀ ਵੋਟ ਵੱਡਾ ਹਿੱਸਾ ਅਸੀਂ ਲੈ ਲਈਏ। ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਪੰਜਾਬ ਦਾ ਭਵਿੱਖ ਕੀ ਦੇਖਦੇ ਆ? ਪਾਰਟੀਆਂ ਜਿੰਨੀਆਂ ਸੀਗੀਆਂ, ਪਾਰਟੀਆਂ ਕੁਝ ਹੋਰ ਵੱਧ ਗਈਆਂ। ਟਰੂਨੀ ਸਾਹਿਬ ਆ ਕੇ ਉਹਨਾਂ ਨੇ ਵੀ ਆਪਣਾ ਐਲਾਨ ਕਰਤਾ, ਉਹਨਾਂ ਨੇ ਪੂਰੀ ਦਾ ਪੂਰਾ ਸਟਰਕਚਰ ਜਿਹੜਾ ਦੇ ਦਿੱਤਾ ਹੋਇਆ, ਔਰ ਸਾਡੇ ਕਿਸਾਨ ਆਗੂ ਵੀ ਕੁਝ ਜਿਹੜੇ ਆ ਗਏ ਹੋਏ ਆ। ਮੈਂ ਇਹਦੇ ਵਿੱਚ ਇੱਕ ਚੀਜ਼ ਜ਼ਰੂਰ ਜਿਹੜੀ ਤੁਹਾਨੂੰ ਪੁੱਛਣਾ ਚਾਹੁੰਦੀ ਆ, ਜਿਸ ਦਿਨ ਫਤਿਹ ਮਾਰਚ ਤੋਂ 1-2 ਦਿਨ ਪਹਿਲਾਂ ਮੇਰੀ ਸਰਵਣ ਪੰਧੇਰ ਜੀ ਦੇ ਨਾਲ ਗੱਲ ਹੁੰਦੀ ਹੈ, ਕਿਸਾਨ ਮਜ਼ਦੂਰ ਏਕਤਾ ਸੰਘਰਸ਼ ਵਾਲੇ ਜਿਹੜੇ ਪਿੱਛੇ ਬੈਠੇ ਹੋਏ ਸੀ ਸਿੰਘੂ ਬਾਰਡਰ ਤੇ, ਉਹਨਾਂ ਦਾ ਕਹਿਣਾ ਸੀਗਾ ਕਿ ਮੋਰਚੇ ਲਾ ਕੇ ਹਮੇਸ਼ਾ, ਜਿਵੇਂ ਤੁਸੀਂ ਪਹਿਲਾਂ ਕਹਿ ਰਹੇ ਹੋ ਕਿ ਪੱਲੀਆਂ ਦੇ ਉੱਤੇ ਬੈਠ ਕੇ ਹੀ ਕਾਨੂੰਨ ਮਾਫ ਕਰਵਾਏ ਜਾ ਸਕਦੇ, ਸੱਤਾ ਦੇ ਵਿੱਚ ਆ ਕੇ ਨਹੀਂ। ਤੁਹਾਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਐਕਚੁਅਲੀ ਮਾਇਨੇ ਰੱਖਦੀਆਂ ਕਿ ਕੱਲ੍ਹ ਨੂੰ SSM ਜਿੱਤ ਜਾਂਦਾ ਤਾਂ ਠੀਕ ਹੈ, ਜੇ ਨਹੀਂ ਜਿੱਤਦਾ ਤੇ ਕੱਲ੍ਹ ਨੂੰ ਉਹ ਦੁਬਾਰਾ ਪੱਲੀਆਂ ਤੇ ਬੈਠ ਕੇ ਇਹ ਮੋਰਚੇ ਲੜਨ ਜੋਗੇ ਰਹਿਣਗੇ? ਦੇਖੋ, ਇਹ ਇੱਕ ਨਾ ਨਵਾਂ ਤਜਰਬਾ ਜੀ, ਹਾਂ, ਆਉਣ ਦਿਓ, ਭਵਿੱਖਬਾਣੀ ਨਾ ਕਰੀਏ, ਰਿਜ਼ਲਟ ਸਾਹਮਣੇ ਆਉਣਾ ਆਪਣੇ। ਜਦੋਂ ਰਿਜ਼ਲਟ ਸਾਹਮਣੇ ਆਊਗਾ ਉਦੋਂ ਆਪਾਂ ਚਰਚਾ ਕਰ ਲਾਂਗੇ ਇਹਦੇ ਤੇ। ਹਾਂ, ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਮੰਨੀਏ ਕਿ ਤੁਸੀਂ ਉਹਨਾਂ ਦੇ ਨਾਲ ਹੋ, ਕਿ ਇੱਕ ਤਰੀਕੇ ਨਾਲ ਵੈਲ ਵਿਸ਼ਸ ਜਿਹੜੀਆਂ ਤੁਹਾਡੀਆਂ ਉਹਨਾਂ ਦੇ ਨਾਲ ਹੈ? ਨਹੀਂ, ਦੇਖੋ, ਅਸੀਂ ਹੁਣ ਨਵਾਂ SM ਬਣਿਆ, ਉਹਦਾ ਕਿਹੜੀ ਗੱਲ ਤੋਂ ਵਿਰੋਧ ਕਰੀਏ? ਇੱਕ ਗੱਲ ਤੋਂ ਹੀ ਕੀਤਾ ਜਾ ਸਕਦਾ ਵੀ ਇਹਨਾਂ ਨੂੰ ਚੋਣਾਂ ਨਹੀਂ ਲੜਨੀਆਂ ਚਾਹੀਦੀਆਂ, ਹੋਰ ਤਾਂ ਕੁਝ ਦੇਖਿਆ ਨਹੀਂ ਨਾ ਉਹਨਾਂ ਦਾ। ਇਕੱਠੇ ਰਹੇ ਆ, 1.5 ਸਾਲ ਹੋ ਗਿਆ ਇਕੱਠਿਆਂ ਨੂੰ, ਬੇਦਾਗ ਲੋਕ ਆ ਰਹੇ ਆ, ਠੀਕ ਹੈ ਨਾ। ਹੈ ਕੀ ਕਹੀਏ ਉਹਨਾਂ ਨੂੰ ਵੀ ਕਿਉਂ ਨਾ ਕਰੋ? ਲੋਕਾਂ ਨੇ ਵੋਟਾਂ ਤਾਂ ਪਾਉਣੀਆਂ ਨਾ, ਅਸੀਂ ਵੀ ਖੁੱਲ੍ਹਾ ਛੱਡਿਆ ਹੋਇਆ, ਜਿਹਨੂੰ ਮਰਜ਼ੀ ਪਾ ਦਿਓ। ਹੈ ਜੇ ਉਹਨਾਂ ਨੂੰ ਪਾ ਲੈਂਦੇ ਫਿਰ ਕੀ ਮਾੜਾ ਹੋ ਜਾਂਦਾ ਇਹਦੇ 'ਚ? ਮੈਨੂੰ ਨਹੀਂ ਲੱਗਦਾ ਕੁਛ ਮਾੜਾ ਹੋ ਜੂਗਾ। ਠੀਕ ਆ, ਹਾਰ ਜਾਣਗੇ, ਕੋਈ ਗੱਲ ਨਹੀਂ, ਨਵਾਂ ਤਜਰਬਾ ਹੋ ਜੂਗਾ, ਮੁੜ ਜਥੇਬੰਦੀਆਂ 'ਚ ਗਾਹਾਂ ਨੂੰ ਕੋਈ ਨਹੀਂ ਨੱਕ ਕਰੂਗਾ ਜੀ। ਇਸ ਵੇਲੇ ਜਿਹੜੀ SKM ਨੇ ਉੱਥੋਂ ਤੁਰਨ ਲੱਗੇ ਇੱਕ ਕਮੇਟੀ ਬਣਾਈ ਸੀ, ਔਰ ਉਸ ਤੋਂ ਬਾਅਦ ਵੀ ਕੇਂਦਰ ਸਰਕਾਰ ਨਾਲ ਹਜੇ ਰਹਿੰਦੀਆਂ ਚੀਜ਼ਾਂ ਦੇ ਉੱਤੇ, ਜਿਹੜੀਆਂ ਮੰਗਾਂ ਮਨਵਾਉਣ ਦੇ ਉੱਤੇ ਮੀਟਿੰਗਾਂ ਤੁਹਾਡੀਆਂ ਕਹਿੰਦੇ ਸੀ ਕਿ ਉੱਥੇ ਰੈਗੂਲਰ ਹੋਇਆ ਕਰਨਗੀਆਂ। ਉਹਦੇ ਵਿੱਚ ਹੁਣ ਜਿਹੜੀਆਂ ਜਥੇਬੰਦੀਆਂ ਇਸ ਵੇਲੇ ਸੱਤਾ ਦੇ ਵਿੱਚ ਜਾ ਚੁੱਕੀਆਂ, ਉਹਨਾਂ ਦਾ ਹੁਣ ਕਿੰਨਾ ਕੁ ਰੋਲ ਆ, ਤੇ ਤੁਹਾਡੀ ਅਗਲੀ SKM ਦੇ ਨਾਲ ਅਗਲੀ ਰਣਨੀਤੀ ਕੀ ਆ ਕੇਂਦਰ ਦੇ ਕੋਲ ਜਿਹੜੀਆਂ ਬਾਕੀ ਬਚਦੀਆਂ ਮੰਗਾਂ ਦੇ ਵਿੱਚ? ਇਹ ਦੇਖੋ, 15 ਜਨਵਰੀ ਨੂੰ ਮੀਟਿੰਗ ਹੈ SKM ਦੀ ਦਿੱਲੀ ਦੇ ਵਿੱਚ, ਉਹਦੇ ਵਿੱਚ ਸਾਰੀ ਚਰਚਾ ਕਰਾਂਗੇ ਅਸੀਂ। ਰਾਜੇਵਾਲ ਸਾਹਿਬ ਹੁਣੀ ਹੋਣਗੇ ਉਹਦੇ ਵਿੱਚ? ਰਾਜੇਵਾਲ ਦਾ ਕੋਈ ਦੂਸਰਾ ਬੰਦਾ ਜਾ ਸਕਦਾ। ਉੱਥੇ ਚਰਚਾ ਕਰਾਂਗੇ ਕਿ ਜਿਹੜੀਆਂ ਜਥੇਬੰਦੀਆਂ ਰਾਜਨੀਤੀ 'ਚ ਜਾ ਚੁੱਕੀਆਂ ਉਹਨਾਂ ਦਾ ਕੀ ਕਰਨਾ, ਤੇ ਅਗਲੀ ਰਣਨੀਤੀ ਤੇ ਕੀ ਕਰਨੀ ਹੈ, ਕੀ ਰਣਨੀਤੀ ਅਗਲੀ ਲਿਖੀਏ। ਇਹ ਮੀਟਿੰਗ ਦੇ ਵਿੱਚ ਹੀ ਕਿਹਾ ਜਾ ਸਕਦਾ, ਇਕੱਲਾ ਵਿਅਕਤੀ ਨਹੀਂ ਕੁਛ ਕਹਿ ਸਕਦਾ। ਬੁਰਜਗਿੱਲ ਸਾਹਿਬ, ਇੱਕ ਚੀਜ਼ ਮੈਂ ਜ਼ਰੂਰ ਜਾਣਨਾ ਚਾਹੁੰਦੀ ਹਾਂ, 32 ਜਥੇਬੰਦੀਆਂ ਪੰਜਾਬ ਦੀਆਂ ਤੇ ਬਾਕੀ ਹਰਿਆਣਾ ਦੇ ਉੱਤੋਂ ਜੇ ਕਹੀਏ ਕਿ ਟੋਟਲ ਸੰਪੂਰਨ SKM,
ਜਿਸ ਤਰੀਕੇ ਨਾਲ ਤੁਸੀਂ ਉੱਥੋਂ ਉੱਠ ਕੇ ਆਏ ਸੀ, ਪੋਸਟਪੋਨ ਕਰਕੇ ਆਏ ਹਾਂ ਸੀ ਜਿਹੜਾ ਅੰਦੋਲਨ ਆ, ਔਰ ਉਸ ਤੋਂ ਬਾਅਦ ਵਾਪਸ ਕਿਹਾ ਸੀ ਕਿ ਜਿੱਦਣ ਸਾਡਾ ਜੀ ਕੀਤਾ ਸੀ ਵਾਪਸ ਚਲੇ ਜਾਵਾਂਗੇ। ਲੱਗਦਾ ਹੈ ਕਿ ਜੇ ਗਵਰਨਮੈਂਟ ਮਾੜੀ ਮੋਟੀ ਹਿੜਕ ਝੜਕ ਕਰਦੀ ਆ, ਕੋਈ ਚੀਜ਼ਾਂ ਨਹੀਂ ਮੰਨਦੀ, ਤੇ ਉਹਦੇ ਵਿੱਚ ਹੁਣ ਉਹ ਐਸਕੇਐਮ ਦੀ ਤਾਕਤ ਤੋਂ ਨਹੀਂ ਡਰੂਗੀ, ਜਿਹੜੇ ਐਸਕੇਐਮ ਦਾ ਇੱਕ ਵੱਡਾ ਸੀ ਜਿਹਦੇ ਵਿੱਚ 32 ਜਥੇਬੰਦੀਆਂ ਪੰਜਾਬ ਦੀਆਂ ਸੀ। ਲੱਗਦਾ ਤੁਹਾਨੂੰ ਇਦਾਂ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀਆਂ ਸਾਰੀਆਂ ਮੰਗਾਂ ਸੀ ਉਹਨਾਂ ਦੇ ਵਿੱਚੋਂ ਵੱਡਾ ਮੁੱਦਾ ਨਾ ਜਿਹੜਾ ਉਹ MSP ਵਾਲਾ। MSP ਇੱਕ ਦਿਨ 'ਚ ਬਣਾਈ ਨਹੀਂ ਜਾ ਸਕਦੀ, ਕਿਉਂਕਿ ਲੋਕਾਂ ਤੇ ਕੀ ਪ੍ਰਭਾਵ ਪਊਗਾ, ਕਿਸਾਨਾਂ ਨੂੰ ਕੀ ਮੁਨਾਫਾ ਹੋਊਗਾ, ਆਮ ਵਰਗਾਂ ਨੇ ਚੀਜ਼ਾਂ ਖਰੀਦਣੀਆਂ ਵੀ ਆ ਉਹ 'ਤੇ ਕੀ ਅਸਰ ਹੋਊਗਾ, ਕਾਨੂੰਨੀ ਤੌਰ 'ਤੇ ਉਹਦਾ ਕੀ ਹੋਊਗਾ। ਲੰਬਾ ਪ੍ਰੋਸੈਸ ਹੈ ਉਹਦਾ। ਇੱਕ ਮਤਲਬ ਕਮੇਟੀ ਹੀ ਬਣ ਸਕਦੀ ਆ, ਕਮੇਟੀ ਬਣ ਕੇ ਆਪਣੀ ਸਿਫਾਰਿਸ਼ ਕਰ ਸਕਦੀ ਹੈ। ਅਗਰ ਇਹ ਤੋਂ MSP ਤੋਂ ਭਜਦੀ ਹੈ ਨਾ, ਹੁਣ ਇਹ ਇਕੱਲੇ ਦੇਖੋ ਪੰਜਾਬ ਨੂੰ ਤਾਂ ਮਿਲ ਰਹੀ ਹੈ, ਹਰਿਆਣੇ ਨੂੰ ਵੀ ਮਿਲ ਰਹੀ ਹੈ, ਬਾਕੀ ਸਟੇਟਾਂ ਨੂੰ ਨਹੀਂ ਮਿਲਦੀ MSP। ਅਸੀਂ ਇਹ ਪੂਰਾ ਸਾਲ ਭਰ ਜਿਹੜਾ ਸਕੂਲਿੰਗ ਕੀਤੀ ਹੈ ਨਾ, ਬਾਕੀ ਨੂੰ ਪਤਾ ਲੱਗ ਗਿਆ ਕਿ MSP ਲਈ ਜਾ ਸਕਦੀ ਹੈ। ਇਹਦੇ ਤੇ ਇੱਕ ਵਾਰ ਫਿਰ ਵੱਡਾ ਮੋਰਚਾ ਲੱਗ ਸਕਦਾ। ਆਖਰੀ ਮੇਰਾ ਸਵਾਲ ਹੈ ਕਿ ਹੁਣ ਪੰਜਾਬ ਦੇ ਲੋਕਾਂ ਨੂੰ ਤੁਸੀਂ ਕਹਿਣਾ ਕੀ ਚਾਹੋਗੇ? ਤੁਹਾਡੀਆਂ ਸ਼ੁਭ ਕਾਮਨਾਵਾਂ SSM ਦੇ ਨਾਲ ਹੈ, ਔਰ ਤੁਸੀਂ ਕਿਹਾ ਕਿ ਇੱਕ ਐਕਸਪੈਰੀਮੈਂਟ ਤਾਂ ਹੋਊਗਾ, ਔਰ ਇਹਦੇ ਵਿੱਚ ਬਿਨਾਂ ਸ਼ੱਕ ਕਿ ਜਿਹੜੇ ਆਮ ਤੌਰ ਤੇ ਪੈਸੇ ਦੀ ਰਾਜਨੀਤੀ ਕਰਦੇ ਰਹੇ ਕਿ ਪੈਸੇ ਵੰਡ ਦਿਓ ਜਾਂ ਨਸ਼ਾ ਵੰਡ ਦਿਓ, ਇੱਦਾਂ ਉਹਨਾਂ ਚੀਜ਼ਾਂ ਦੇ ਉੱਤੇ ਤਾਂ ਇੱਕ ਡਰ ਜ਼ਰੂਰ ਖੜਾ ਹੋ ਗਿਆ ਜਦੋਂ ਕਿਸਾਨ ਆਗੂ ਇਲੈਕਸ਼ਨ ਦੇ ਵਿੱਚ ਆ ਗਿਆ। ਹੁਣ ਪੰਜਾਬ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਕਿ ਜੇ ਉਹ ਬਦਲ ਚਾਹੁੰਦੇ ਆ ਤੇ ਆਪਸ਼ਨ ਜਿਹੜੇ ਉਹਨਾਂ ਦੇ ਮੂਹਰੇ ਪਏ ਉੱਧਰ ਦੇਖਣਾ ਚਾਹੀਦਾ, ਜਾਂ ਫਿਰ ਵਾਪਸ ਉਹਨਾਂ ਹੀ ਪਾਰਟੀਆਂ ਨੂੰ ਜਿਤਾ ਕੇ ਤੇ ਉਹਨਾਂ ਦੇ ਸਾਹਮਣੇ ਮੋਰਚੇ ਲਾ ਕੇ ਆਪਣੀਆਂ ਮੰਗਾਂ ਮਨਵਾਉਣੀਆਂ ਚਾਹੀਦੀਆਂ? ਦੇਖੋ, ਪੰਜਾਬ ਦੇ ਲੋਕਾਂ ਨੂੰ ਅਸੀਂ ਨਿਮਾਣੇ ਜੇ ਹੋਣ ਦੇ ਨਾਤੇ ਨਾ ਇਹ ਗੱਲ ਕਹਾਂਗੇ ਕਿ ਸਭ ਤੋਂ ਵੱਡੀ ਗੱਲ ਹੈ ਭਾਈਚਾਰਕ ਸਾਂਝ ਬਣਾ ਕੇ ਰੱਖਣੀ। ਬਿਲਕੁਲ ਸਹੀ। ਜਾਤਾਂ 'ਚ ਵੰਡਦੇ ਆ, ਗੋਤਾਂ 'ਚ ਵੰਡਦੇ ਆ, ਧਰਮਾਂ 'ਚ ਵੰਡਦੇ ਆ, ਠੀਕ ਹੈ, ਘਰ ਦੇ ਚੁੱਲ੍ਹੇ ਤੱਕ ਲੜਾਈ ਲੈ ਜਾਂਦੇ ਆ। ਇਹ ਉਹ ਤੋਂ ਬਚਣਾ ਚਾਹੀਦਾ, ਆਪਣੇ ਏਕੇ ਨੂੰ ਮਜ਼ਬੂਤ ਕਰਨਾ ਚਾਹੀਦਾ। ਵੋਟਾਂ ਪਾਉਣੀਆਂ ਨਹੀਂ ਪਾਉਣੀਆਂ ਕਿਸੇ ਨੇ, ਉਹਨਾਂ ਦੀ ਆਜ਼ਾਦੀ ਦਾ ਸਵਾਲ ਹੈ। ਸਭ ਤੋਂ ਵੱਡੀ ਗੱਲ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਚਾਹੀਦੀ ਹੈ। ਇੱਕ ਮੈਂ ਕਹੂੰਗਾ ਕਿ ਜਿਹੜੀ ਉੱਥੇ ਨਾਅਰੇ ਵੀ ਲੱਗਦੇ ਰਹੇ ਆ, ਗੀਤ ਵੀ ਗਾਉਂਦੇ ਰਹੇ ਆ, ਕਿ ਜਿਹੜੀ ਜ਼ਮੀਰ ਹੈ ਉਹਨੂੰ ਜਾਗਦੀ ਰੱਖਿਓ, ਜਿਹੜੀ ਜ਼ਮੀਰ ਨਾ ਮਾਰਿਓ ਕਿਸੇ ਨਸ਼ੇ ਪਿੱਛੇ, ਕਿਤੇ ਪੈਸੇ ਪਿੱਛੇ। ਬਿਲਕੁਲ ਜੇ ਜ਼ਮੀਰ ਜਾਗਦੀ ਰਹੂ ਤਾਂ ਸਿਰ ਉੱਚਾ ਰਹੂਗਾ। ਅਗਰ ਕਿਸੇ ਨੇ 2 ਬੋਤਲਾਂ ਪੀ ਲਈਆਂ ਮੁੜ ਕੇ ਵੋਟ ਪਾਇਆ ਹੁੰਦਾ, ਸਾਰੀ ਉਮਰ ਅੱਖ ਨੀਵੀਂ ਰੱਖੂਗਾ। ਜ਼ਮੀਰ ਜਾਗਦੀ ਚਾਹੀਦੀ ਹੈ। ਅਸਲ ਬੁੱਝਗਿੱਲ ਸਾਹਿਬ, ਮੇਰਾ ਆਖਰੀ ਸਵਾਲ ਇੱਕ ਹੋਰ ਹੈ, ਕਿਉਂਕਿ ਤੁਸੀਂ ਹਰ ਇੱਕ ਚੀਜ਼ ਦੇ ਉੱਤੇ ਗੋਲਮੋਲ ਪ੍ਰਤੀਕਿਰਿਆ ਦੇ ਦਿੱਤੀ ਹੈ ਤੇ ਸਮਝਣ ਵਾਲੇ ਸਾਰਾ ਕੁਝ ਸਮਝ ਵੀ ਗਏ ਆ। ਇਹਦੇ ਵਿੱਚ ਮੈਂ ਇਹ ਵੀ ਜਾਣਨਾ ਚਾਹੁੰਦੀ ਹਾਂ ਕਿ ਜੇ SSM ਜਿੱਤ ਜਾਂਦਾ ਹੈ ਤੇ ਉਹਨਾਂ ਨੂੰ ਜਿਸ ਤਰੀਕੇ ਨਾਲ ਹੁਣ ਕਿਆਸ ਰਾਈਆਂ ਉੱਠ ਰਹੀਆਂ ਕਿ ਆਪ ਦੇ ਨਾਲ ਇਹਨਾਂ ਦਾ ਗੱਠਜੋੜ ਹੋ ਸਕਦਾ, ਤੁਹਾਨੂੰ ਕੀ ਲੱਗਦਾ ਹੈ ਕਿ ਜੇ SSM ਜਿੱਤ ਜਾਂਦਾ ਹੈ, ਗੱਠਜੋੜ ਕਿਹਦੇ ਨਾਲ ਫੱਬੂ ਇਹਨਾਂ ਦਾ? ਆਪ ਦੇ ਨਾਲ ਹੋਣਾ ਚਾਹੀਦਾ ਜਾਂ ਕਿਹਦੇ ਨਾਲ? ਤੁਹਾਡਾ ਤਜਰਬਾ ਕੀ ਕਹਿੰਦਾ ਕਿ ਕਿਹਦੇ ਨਾਲ ਜੁੜਨ ਦੇ ਵਿੱਚ ਪੰਜਾਬ ਦਾ ਫਾਇਦਾ? ਦੇਖੋ, ਗੱਠਜੋੜ ਕਿਸੇ ਨਾਲ ਵੀ ਕਰਨਗੇ ਤਾਂ ਮਾਰ ਖਾਣਗੇ। ਗੱਠਜੋੜ ਨਹੀਂ ਕਰਨਾ ਚਾਹੀਦਾ। ਜਿੱਤ ਲੈਣ, ਬਾਅਦ ਦੇ ਵਿੱਚ ਸਰਕਾਰ ਬਣਾਉਣ ਵਾਲੇ ਦੇਖ ਲੈਣ, ਜੇ 2 ਸੀਟਾਂ ਘਟਦੀਆਂ ਕਿਸੇ ਨੇ ਕਰ ਲੈਣ। ਜੇ ਗੱਠਜੋੜ ਬਣਾ ਕੇ ਵੋਟਾਂ ਮੰਗਣਗੇ ਫਿਰ ਨਹੀਂ ਲੋਕ ਵੋਟਾਂ ਦੇਣਗੇ। ਇਹ ਮੇਰਾ ਤਜਰਬਾ। ਜੇ 2 ਸੀਟਾਂ ਘਟਦੀਆਂ ਹੋਣਗੀਆਂ ਤੇ ਉਦੋਂ ਕਿਹਦੇ ਨਾਲ ਆਪਸ਼ਨ ਵਧੀਆ? ਆਮ ਆਦਮੀ ਪਾਰਟੀ ਨਾਲ ਜਾਂ ਫਿਰ ਦੂਜੀਆਂ ਜਿਹੜੀਆਂ? ਉਹ ਤਾਂ ਦੇਖੋ ਸਾਹਮਣੇ ਕੌਣ ਆਉਂਦਾ ਹੈ। ਕਈਆਂ ਦਾ ਤਾਂ ਸਫਾਇਆ ਹੋ ਜਾਣਾ, ਠੀਕ ਹੈ, ਹੋ ਸਕਦਾ ਆਪ ਦਾ ਵੀ ਮਾੜਾ ਹਾਲ ਹੋ ਜੇ, ਕੋਈ ਹੋਰ ਹੀ ਆ ਜੇ ਨਵਾਂ। ਇਹ ਨਹੀਂ ਕਿਹਾ ਜਾ ਸਕਦਾ, ਤਜਰਬੇ ਤੋਂ ਪਹਿਲਾਂ ਨਹੀਂ। ਜਿੱਦੇ ਸੰਦੂਖੜੀਆਂ 'ਚ ਵੋਟਾਂ ਬੰਦ ਹੋ ਗਈਆਂ, ਠੀਕ ਹੈ, ਉਹਦੇ ਚਰਚਾ ਕਰ ਲਾਂਗੇ। ਜਿੱਦੇ ਰਿਜ਼ਲਟ ਸਾਹਮਣੇ ਆ ਗਿਆ ਉਹਦੇ ਕਰ ਲਾਂਗੇ। ਤੁਹਾਡੀਆਂ ਗੁੱਝੀਆਂ ਗੱਲਾਂ 'ਚ ਬੜਾ ਕੁਝ ਕਲੀਅਰ ਹੁੰਦਾ ਵੀ ਨਜ਼ਰ ਆਉਂਦਾ, ਇਦਾਂ ਲੱਗਦਾ ਕਿ ਤੁਹਾਨੂੰ ਬੜਾ ਕੁਝ ਪਤਾ ਹੈ। ਨਹੀਂ, ਅਸੀਂ ਦੇਖੋ ਅਸੀਂ ਪਾਰਦਰਸ਼ੀ ਸੁਭਾਅ ਦੇ ਬੰਦੇ ਹਾਂ, ਕੁਛ ਲੁਕੋ ਕੇ ਨਹੀਂ ਰੱਖਦੇ ਕਿਸੇ ਤੋਂ, ਪਰ ਰਿਜ਼ਲਟ ਸਾਹਮਣੇ ਆਏ ਬਿਨਾਂ ਨਹੀਂ ਕੁਛ ਕਿਹਾ ਜਾ ਸਕਦਾ। ਭਵਿੱਖਬਾਣੀ ਨਹੀਂ ਕਰਨੀ ਚਾਹੀਦੀ। ਬਹੁਤ ਬਹੁਤ ਸ਼ੁਕਰੀਆ ਤੁਹਾਨੂੰ, ਤੁਸੀਂ ਧੰਨਵਾਦ। ਸੋ ਇਹ ਸਨ ਬੂਟਾ ਸਿੰਘ ਬੁੱਝਗਿੱਲ ਜੀ। ਗੱਲਾਂ ਕਾਫੀ ਸਾਰੀਆਂ ਕਹਿ ਦਿੱਤੀਆਂ ਇਹਨਾਂ ਨੇ, ਔਰ ਸਮਝ ਸਕਦੇ ਆ ਕਿ ਕੁਝ ਅੰਦਾਜ਼ੇ ਜਿਹੜੇ ਆ ਤੁਸੀਂ ਖੁਦ ਹੀ ਲਾ ਸਕਦੇ ਹੋ, ਔਰ ਬਹੁਤ ਚੀਜ਼ਾਂ ਤਾਂ ਕਲੀਅਰ ਹੀ ਆ ਕਿ ਇਲੈਕਸ਼ਨ ਤੋਂ ਬਾਅਦ ਹੀ ਜਿਹੜੀਆਂ ਤਸਵੀਰ ਜਿਹੜੀ ਆ ਸਾਫ਼ ਹੋਊਗੀ। ਔਰ ਗੱਠਜੋੜ ਇਹਨਾਂ ਨੇ ਕਿਹਾ ਕਿ SSM ਦੇ ਲਈ ਕਿਸੇ ਵੀ ਤਰ੍ਹਾਂ ਫਾਇਦੇਮੰਦ ਨਹੀਂ ਆ। ਔਰ ਖਾਸ ਤੌਰ ਤੇ ਪੰਜਾਬ ਦੇ ਵਿੱਚ ਇਸ ਵਾਰ ਪ੍ਰਧਾਨ ਮੰਤਰੀ ਮੋਦੀ ਸਾਹਿਬ ਆ ਰਹੇ ਨੇ 5 ਤਰੀਕ ਨੂੰ, ਤਾਂ ਉਸ ਤੋਂ ਪਹਿਲਾਂ ਅਲੱਗ-ਅਲੱਗ ਜਥੇਬੰਦੀਆਂ ਜਿਹੜੀਆਂ ਆਪਣੀਆਂ ਗਤੀਵਿਧੀਆਂ ਦੱਸ ਰਹੀਆਂ ਨੇ ਕਿ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਉਲੀਕ ਰਹੇ ਨੇ। ਉਹਦੇ ਵਿੱਚ ਡਕੌਂਦਾ ਦੇ ਵੱਲੋਂ ਇਹੀ ਗਤੀਵਿਧੀ ਕਰਨੀ ਇਹਨਾਂ ਨੇ ਕਿ ਇਹਨਾਂ ਨੇ ਕਿਹਾ ਕਿ ਨਾ ਅਸੀਂ ਵਿਰੋਧ ਕਰੀਏ ਔਰ ਨਾ ਹੀ ਅਸੀਂ ਉਹਨਾਂ ਦੇ ਪੱਖ ਦੇ ਵਿੱਚ ਜਾਈਏ, ਅਸੀਂ ਦੇਖਾਂਗੇ ਕਿ ਉਹ ਆ ਕੇ ਐਲਾਨ ਕੀ ਕਰਦੇ ਆ। ਸੋ ਇਹਦੇ ਵਿੱਚ ਦੂਸਰੀਆਂ ਜਥੇਬੰਦੀਆਂ ਦਾ ਕੀ ਸਟੈਂਡ ਆ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਹਾਲ ਦੀ ਘੜੀ ਇਸ ਇੰਟਰਵਿਊ ਦੇ ਵਿੱਚ ਇਹ ਨਹੀਂ ਦਿਓ ਇਜਾਜ਼ਤ। ਸ਼ੁਕਰੀਆ।